ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ। ਵਾਹ ਦਾ ਮਤਲਬ ਧੰਨ ਹੈ, ਗੁਰੂ ਜੀ ਦਾ ਖਾਲਸਾ ਵੀ ਧੰਨ ਹੈ, ਗੁਰੂ ਜੀ ਦੀ ਫਤਿਹ ਵੀ ਧੰਨ ਹੈ। ਇਸ ਤਰ੍ਹਾਂ ਆਪਾਂ ਇਹਦੇ ਅਰਥ ਸਮਝ ਸਕਦੇ ਹਾਂ। ਵਾਹ ਸ਼ਬਦ ਦਾ ਅਰਥ ਹੈ ਧੰਨ, ਫਾਰਸੀ ਸ਼ਬਦ ਹੈ ਧੰਨ, ਸ਼ਾਬਾਸ਼, ਆਫਰੀਨ। ਮਹਾਨ ਕੋਸ਼ ਵਿੱਚ ਇਸ ਦੇ ਅਰਥ ਲਿਖੇ ਹੋਏ ਹਨ। ਫਿਰ ਦਰਸ਼ਕੋ, ਟੌਪਿਕ ਸ਼ੁਰੂ ਕੀਤਾ ਹੈ ਸੂਰਜ ਪ੍ਰਕਾਸ਼ ਦੇ ਗੁਪਾੜ। ਸੂਰਜ ਪ੍ਰਕਾਸ਼ ਲਗਭਗ 14 ਜਿਲਦਾਂ ਵਿੱਚ ਇਹ ਛਪਿਆ ਹੋਇਆ। ਭਾਸ਼ਾ ਵਿਭਾਗ ਵੱਲੋਂ ਤੇ ਹੋਰ ਵੀ ਕਈ ਸੱਜਣਾ ਨੇ ਇਸ ਨੂੰ ਅਰਥ ਕਰਕੇ ਲਿਖਿਆ ਹੋਇਆ। ਇਸ ਗ੍ਰੰਥ ਵਿੱਚ ਦੂਜੇ ਸਤਿਗੁਰੂ ਜੀ ਤੋਂ 10ਵੇਂ ਪਾਤਸ਼ਾਹ ਤੱਕ ਇਤਿਹਾਸ ਲਿਖਿਆ ਹੋਇਆ, ਗੁਰ ਇਤਿਹਾਸ ਲਿਖਿਆ ਹੋਇਆ। ਕੰਮ ਤਾਂ ਬੜਾ ਮਹਾਨ ਹੈ ਕਵਿਤਾ ਰੂਪ ਵਿੱਚ ਇੰਨਾ ਲਿਖਣਾ, ਪਰ ਜਦੋਂ ਗੁਰੂ ਪਾਤਸ਼ਾਹ ਦੀਆਂ ਸਿਫਤਾਂ ਲਿਖਦਾ ਲਿਖਦਾ ਬੰਦਾ ਬ੍ਰਾਹਮਣਵਾਦ ਦੇ ਚੱਕਰ 'ਚ ਪੈ ਜਾਵੇ ਤੇ ਗੁਰੂ ਪਾਤਸ਼ਾਹ ਨੂੰ ਵੀ ਬ੍ਰਾਹਮਣਵਾਦ ਦੀ ਲਪੇਟ ਵਿੱਚ ਲੈ ਆਵੇ ਤਾਂ ਇਹ ਰਚਨਾ ਜਿਹੜੀ ਹੈ ਇਹਦਾ ਮੁੱਲ ਨਹੀਂ ਰਹਿ ਜਾਂਦਾ। ਇੱਥੋਂ ਸਾਬਤ ਹੁੰਦਾ ਹੈ ਕਿ ਕਵੀ ਜੀ ਨੂੰ ਗੁਰਬਾਣੀ ਦਾ ਬਹੁਤ ਘੱਟ ਗਿਆਨ ਸੀ। ਜੇ ਗੁਰਬਾਣੀ ਦਾ ਪੂਰਾ ਗਿਆਨ ਹੁੰਦਾ ਤਾਂ ਇਸ ਤਰ੍ਹਾਂ ਮਨਮਤੀ ਗੱਲਾਂ ਕਵੀ ਵੱਲੋਂ ਨਾ ਲਿਖੀਆਂ ਜਾਂਦੀਆਂ। ਜਾਂ ਇਉਂ ਕਹਿ ਲਈਏ, ਜੇ ਉਸ ਨੂੰ ਬਾਣੀ ਦਾ ਗਿਆਨ ਵੀ ਸੀ ਤਾਂ ਗਿਆਨ ਦੇ ਹੁੰਦਿਆਂ ਹੋਇਆਂ ਵੀ ਉਹ ਪੰਡਤਾਂ ਦੇ ਕਹਿਣ ਦੇ ਉੱਤੇ ਬ੍ਰਾਹਮਣਵਾਦੀ ਅੰਸ਼ ਜਿਹੜੇ ਆ ਉਹ ਕਿਉਂ ਅਪਣਾ ਗਿਆ। ਸੋ ਤੀਸਰਾ ਭਾਗ ਹੈ ਸੂਰਜ ਪ੍ਰਕਾਸ਼ ਦੇ ਗੁਪਾੜ, ਭਾਗ ਤੀਜਾ। ਇਹਦੇ ਵਿੱਚ ਆਪਾਂ ਵਿਚਾਰਿਆ ਸੀ ਪਹਿਲਾਂ ਕਿ ਕਵੀ ਸੰਤੋਖ ਸਿੰਘ ਦੇ ਜਿਹੜੇ ਪਿਤਾ ਸਨ ਭਾਈ ਦੇਵਾ ਸਿੰਘ ਜੀ ਸਨ, ਬੂੜੀਆ ਜ਼ਿਲ੍ਹਾ ਅੰਬਾਲਾ ਦੇ ਨਿਵਾਸੀ। ਉਹਨਾਂ ਨੇ ਸੰਤ ਕਰਮ ਸਿੰਘ ਨਿਰਮਲੇ ਤੋਂ ਵਿਦਿਆ ਲਈ, ਵਿਦਾਂਤ ਪੜ੍ਹਿਆ, ਗੁਰਬਾਣੀ ਪੜ੍ਹੀ। ਫਿਰ ਉਹਨਾਂ ਦੇ ਘਰ ਸੰਤੋਖ ਸਿੰਘ ਦਾ ਜਨਮ ਹੋਇਆ 1845 ਸੰਮਤ ਵਿੱਚ। ਤੇ ਫਿਰ ਭਾਈ ਸੰਤੋਖ ਸਿੰਘ ਨੇ ਵੀ ਗਿਆਨੀ ਸੰਤ ਸਿੰਘ ਨਿਰਮਲੇ ਕੋਲੋਂ ਵਿਦਿਆ ਲਈ। ਤੋ ਇਹਨਾਂ ਦਾ ਜਿਹੜਾ ਬੈਕਗਰਾਊਂਡ ਹੈ ਇਹ ਨਿਰਮਲਿਆਂ ਵਾਲਾ ਹੈ। ਭਾਈ ਵੀਰ ਸਿੰਘ ਵੀ ਨਿਰਮਲਾ ਸੀ, ਉਸਨੇ ਵੀ ਬਹੁਤ ਸਾਰੀਆਂ ਗੱਲਾਂ ਬ੍ਰਾਹਮਣਵਾਦੀ ਜਿਹੜੀਆਂ ਉਹ ਸਿੱਖੀ ਵਿੱਚ ਵਾੜ ਦਿੱਤੀਆਂ। ਹੇਮਕੁੰਟ ਦੀ ਕਾਢ ਇਹ ਭਾਈ ਵੀਰ ਸਿੰਘ ਦੀ ਕਾਢ ਹੈ। ਹਿੰਦੂ ਭਰਾ ਤਾਂ ਪਹਾੜਾਂ ਉੱਪਰ ਜਾ ਰਹੇ ਸਨ ਦੇਵੀਆਂ ਦੀ ਪੂਜਾ ਕਰਨ ਲਈ, ਉਸਨੇ ਸਿੱਖਾਂ ਨੂੰ ਵੀ ਪਹਾੜਾਂ 'ਤੇ ਚਾੜ੍ਹ ਦਿੱਤਾ। ਬ੍ਰਾਹਮਣਵਾਦੀ ਸੋਚ ਭਾਰੂ ਸੀ। ਤੇ ਨਾਲ ਹੀ ਭਾਈ ਗੁਰਦਾਸ ਦੀਆਂ ਜਿਹੜੀਆਂ ਵਾਰਾਂ, ਉਹਨਾਂ ਵਿੱਚ ਭਾਈ ਵੀਰ ਸਿੰਘ ਨੇ ਇੱਕ ਵਾਰ ਹੋਰ ਜੋੜ ਦਿੱਤੀ, 41ਵੀਂ। ਉਹ ਵਾਰ ਜਿਹੜੀ ਆ ਉਹ 10ਵੇਂ ਪਾਤਸ਼ਾਹ ਨਾਲ ਸੰਬੰਧ ਰੱਖਦੀ ਆ ਤੇ ਜੋੜ ਦਿੱਤੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਨਾਲ। ਤੇ ਲੋਕ ਸਮਝ ਆਉਣ ਲੱਗ ਪਏ ਵੀ ਭਾਈ ਗੁਰਦਾਸ ਦੀ ਇਹ ਵੀ ਲਿਖੀ ਹੋਈ ਹੈ। ਤੇ ਜਿਹਦੇ ਵਿੱਚ ਗੁਰਸਿਮਰਨ ਮਨਾਈ ਕਾਲਕਾ ਖੰਡੇ ਕੀ ਵੇਲਾ ਪੂਰਾ ਬ੍ਰਾਹਮਣਵਾਦ ਹੈ। ਇਹ ਕੰਮ ਵੀ ਭਾਈ ਵੀਰ ਸਿੰਘ ਨੇ ਕੀਤਾ ਸੀ। ਤੋ ਨਿਰਮਲਿਆਂ ਦੀ ਜਿਹੜੀ ਬੈਕਗਰਾਊਂਡ ਹੈ ਉਹ ਵਿਦਾਂਤ, ਫਿਰ ਉਪਨਿਸ਼ਦਾਂ, ਹਿੰਦੂ ਮਤ ਦੇ ਗ੍ਰੰਥ ਉਹਨਾਂ ਦੀ ਬੈਕਗਰਾਊਂਡ ਹੈ।
ਤੇ ਭਾਈ ਸੰਤੋਖ ਸਿੰਘ ਜਦੋਂ ਕਵੀ ਬਣ ਗਏ ਤਾਂ ਇਹਨਾਂ ਨੂੰ ਕੈਥਲ ਦਾ ਰਾਜਾ ਉਦੈ ਸਿੰਘ ਮਹਾਰਾਜਾ ਕਰਮ ਸਿੰਘ ਪਟਿਆਲੇ ਤੋਂ ਆਪਣੇ ਕੋਲ ਲੈ ਆਏ ਤੇ ਭਾਈ ਉਦੈ ਸਿੰਘ ਦੇ ਜਿਹੜੇ ਨੌਕਰ ਸਨ, ਨੌਕਰ ਪੰਡਤ, ਭਾਈ ਉਦੈ ਸਿੰਘ ਜੀ ਦੇ ਨੌਕਰ ਪੰਡਤਾਂ ਦੀ ਸਹਾਇਤਾ ਨਾਲ ਕਵੀ ਜੀ ਨੇ ਬਹੁਤ ਪੁਸਤਕਾਂ ਹਿੰਦੀ ਮਿਲੀ ਪੰਜਾਬੀ ਭਾਸ਼ਾ ਵਿੱਚ ਲਿਖ ਦਿੱਤੀਆਂ। ਹਿੰਦੀ ਮਿਲੀ ਪੰਜਾਬੀ ਭਾਸ਼ਾ, ਕਿਉਂਕਿ ਪੰਡਤਾਂ ਦਾ ਪ੍ਰਭਾਵ ਸੀ, ਪੰਡਤਾਂ ਦੀ ਸੰਗਤ ਵਿੱਚ ਸੀ। ਨੌਕਰ ਉਹਦੇ ਪੰਡਤ ਸਨ ਭਾਈ ਉਦੈ ਸਿੰਘ ਦੇ, ਜਿਹੜਾ ਕੈਥਲ ਦਾ ਰਾਜਾ ਸੀ, ਤੇ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਫਿਰ ਕਵੀ ਸੰਤੋਖ ਸਿੰਘ ਨੇ ਰਮਾਇਣ ਦਾ ਉਲੱਥਾ ਕਰ ਦਿੱਤਾ। ਬਾਲਮੀਕ ਕ੍ਰਿਤ ਕਥਾ ਸੁਣੀ ਜਬ, ਛੰਦਨ ਵਿਖੇ ਰਚੀ ਹਮ ਸਭ ਤਬ। ਤੋਂ ਛੰਦਾਂ ਵਿੱਚ ਉਹ ਬਾਲਮੀਕ ਦੀ ਰਮਾਇਣ ਵੀ ਲਿਖ ਮਾਰੀ। ਫਿਰ ਅਮਰਕੋਸ਼ ਨਾਂ ਦਾ ਗ੍ਰੰਥ ਆ, ਉਹਦਾ ਉਲੱਥਾ ਕਰ ਦਿੱਤਾ। ਫਿਰ ਆਤਮ ਪੁਰਾਣ ਇੱਕ ਗ੍ਰੰਥ ਆ, ਆਤਮ ਪੁਰਾਣ ਜਿਹੜਾ ਆ ਉਹਦਾ ਉਲੱਥਾ ਕਰ ਦਿੱਤਾ। ਤੇ ਇਸ ਤਰ੍ਹਾਂ ਹਿੰਦੂ ਮਤ ਦੀਆਂ ਕਿਤਾਬਾਂ ਵਿੱਚ ਇਹ ਫਿਰ ਉਲਝ ਗਏ। ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਸੂਰਜ ਪ੍ਰਕਾਸ਼ ਲਿਖਣਾ ਸ਼ੁਰੂ ਕੀਤਾ, ਜਿਹਦੇ ਵਿੱਚ ਪੰਡਤਾਂ ਦਾ ਬੜਾ ਯੋਗਦਾਨ ਹੈ। ਬ੍ਰਾਹਮਣਵਾਦੀ ਵਿਚਾਰਧਾਰਾ ਵਿੱਚ ਕਵੀ ਨੂੰ ਉਲਝਾਉਣ ਦਾ, ਤੇ ਕਵੀ ਜੀ ਉਲਝ ਗਏ। ਤੇ ਇਹ ਕੁਛ ਲਿਖਿਆ ਕਿ ਅਮਰਕੋਸ਼ ਲਿਖਿਆ ਇਹਨਾਂ ਨੇ, ਗੁਰੂ ਨਾਨਕ ਪ੍ਰਕਾਸ਼ ਲਿਖਿਆ ਸੰਮਤ 1880 ਵਿੱਚ, ਜਪਜੀ ਸਾਹਿਬ ਦਾ ਗਰਭ ਗੰਜਨੀ ਟੀਕਾ ਲਿਖਿਆ ਉੱਥੇ। ਫਿਰ ਆਤਮ ਪੁਰਾਣ ਦਾ ਉਲੱਥਾ ਕੀਤਾ, ਵਾਲਮੀਕੀ ਰਮਾਇਣ ਦਾ ਉਲੱਥਾ ਕੀਤਾ। ਫਿਰ ਗੁਰਪ੍ਰਤਾਪ ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਹੈ ਇਹ ਸ਼ੁਰੂ ਕੀਤਾ ਤੇ ਸੰਮਤ 1900 'ਚ ਖਤਮ ਕੀਤਾ। ਹੁਣ ਜਿਹੜੀ ਵਿਸ਼ੇਸ਼ ਗੱਲ ਭਾਈ ਕਾਹਨ ਸਿੰਘ ਨਾਭਾ ਨੇ ਇੱਥੇ ਲਿਖੀ ਹੈ ਉਹ ਧਿਆਨ ਵਾਲੀ ਹੈ। ਭਾਈ ਸਾਹਿਬ ਨੂੰ ਗੁਰਮਤਿ ਵਿੱਚ ਪੂਰੀ ਸ਼ਰਧਾ ਤੇ ਪ੍ਰੇਮ ਸੀ। ਇਹ ਕਿੱਥੋਂ ਪਤਾ ਲੱਗਦਾ ਵੀ ਨੇ 9 ਗੁਰੂ ਪਾਤਸ਼ਾਹਾਂ ਦੀ ਜੀਵਨ ਕਹਾਣੀ ਲਿਖ ਦਿੱਤੀ। ਮੰਨ ਲਓ ਉਸ ਨੂੰ ਸ਼ਰਧਾ ਸੀ, ਪ੍ਰੇਮ ਸੀ, ਤਾਂ ਹੀ ਲਿਖੀ ਹੈ। ਪਰ ਪੰਡਤਾਂ ਦੀ ਸੰਗਤ ਵਿੱਚ ਸੰਗਤ ਅਤੇ ਪ੍ਰੇਰਣਾ ਦੁਆਰਾ ਕੀ ਪ੍ਰੇਰਣਾ ਕੀਤੀ ਉਹਨਾਂ ਨੇ? ਉਹਨਾਂ ਪੰਡਤਾਂ ਨੇ ਕਿਹਾ ਕਵੀ ਸੰਤੋਖ ਸਿੰਘ ਨੂੰ, ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣ ਰੀਤੀ ਅਨੁਸਾਰ ਅਵਤਾਰਾਂ ਜਿਹੀ ਲਿਖੋਗੇ ਅਤੇ ਸ਼ਾਸਤਰਾਂ ਤੋਂ ਵਿਰੁੱਧ ਆਪ ਦੇ ਪੁਸਤਕ ਨਹੀਂ ਹੋਣਗੇ, ਭਾਵ ਸ਼ਾਸਤਰਾਂ ਅਨੁਸਾਰ ਜੇ ਲਿਖੋ ਤੇ ਪੁਰਾਣਾਂ ਅਨੁਸਾਰ ਜੇ ਲਿਖੋ ਤਾਂ ਉਹਨਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਸਭ ਆਪ ਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ। ਇਹ ਗੱਲਾਂ ਪੰਡਤਾਂ ਨੇ ਜਦੋਂ ਕਵੀ ਸੰਤੋਖ ਸਿੰਘ ਨੂੰ ਕਹੀਆਂ ਤੇ ਆਪਣੇ ਨਾਲ ਉਲਝਾ ਲਿਆ, ਕਿਉਂਕਿ ਪੰਡਤਾਂ ਦੀ ਗਿਣਤੀ ਜ਼ਿਆਦਾ ਸੀ, ਇਹ ਇਕੱਲਾ ਸੀ, ਉਹਨਾਂ ਦੇ ਚੱਕਰ ਵਿੱਚ ਆ ਗਿਆ। ਤੋ ਕਈ ਥਾਈਂ ਟਪਲਾ ਖਾ ਗਏ ਹਨ। ਇਹ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਇਹ ਕਵੀ ਜੀ ਫਿਰ ਸੰਤੋਖ ਸਿੰਘ ਕਈ ਥਾਈਂ ਟਪਲੇ ਵੀ ਚੰਗੇ ਖਾਧੇ, ਥੋੜ੍ਹੇ ਨਹੀਂ ਖਾਧੇ, ਬਹੁਤ ਟਪਲੇ ਖਾਧੇ ਹਨ। ਤੋ ਇਸ ਤਰ੍ਹਾਂ ਕੁਝ ਅਸੀਂ ਵਿਚਾਰ ਕੀਤੀ ਆ। ਜਿਹੜੀਆਂ ਪਹਿਲੀਆਂ 2 ਵੀਡੀਓਜ਼ ਅਪਲੋਡ ਕੀਤੀਆਂ YouTube 'ਤੇ, ਉਹਨਾਂ ਵਿੱਚ ਕੁਝ ਵਿਚਾਰ ਕੀਤੇ ਆ। ਹੁਣ ਆਪਾਂ ਅੱਗੇ ਚੱਲਦੇ ਹਾਂ ਸੂਰਜ ਪ੍ਰਕਾਸ਼ ਦੇ ਗੋਪਾਲ ਭਾਗ 3 ਉੱਪਰ। ਇਸ ਵਿੱਚ ਕੀ ਕੁਝ ਕਵੀ ਸੰਤੋਖ ਸਿੰਘ ਨੇ ਲਿਖਿਆ। ਰੈਫਰੈਂਸ ਇਹਦਾ ਹੈ ਰਾਸ਼ੀ 3 ਅੰਸ਼ 1 ਤੋਂ 17। ਇਹ ਰੈਫਰੈਂਸ ਇਸਦਾ ਜਿਹਨੇ ਪੜ੍ਹਨਾ ਹੈ ਉੱਥੋਂ ਸੂਰਜ ਪ੍ਰਕਾਸ਼ ਵਿੱਚੋਂ ਇੱਥੋਂ ਪੜ੍ਹ ਸਕਦੇ ਆ। ਰਾਸ਼ੀ 3 ਅੰਸ਼ 1 ਤੋਂ 17। ਅੰਸ਼ 1 ਦੇ ਸ਼ੁਰੂ ਵਿੱਚ ਕਵੀ ਨੇ ਹਿੰਦੂ ਮਤ ਦੀ ਦੇਵੀ ਸਰਸਵਤੀ ਦੀ ਸਿਫਤ ਸਲਾਹ ਕੀਤੀ ਹੈ। ਹਿੰਦੂ ਮਤ ਦੀ ਦੇਵੀ ਜਿਹੜੀ ਸਰਸਵਤੀ ਆ, ਸਰਸਵਤੀ, ਇਹਦੀ ਸਿਫਤ ਸਲਾਹ ਕੀਤੀ ਆ ਅੰਸ਼ 1 ਦੇ ਸ਼ੁਰੂ ਵਿੱਚ, ਅਤੇ ਬਾਅਦ ਵਿੱਚ ਗੁਰੂ ਪਾਤਸ਼ਾਹਾਂ ਨੂੰ ਯਾਦ ਕੀਤਾ ਹੈ। ਦੇਖ ਲਿਆ ਨਾ,
ਕਿੰਨਾ ਕੁ ਪ੍ਰੇਮ ਸੀ ਇਹਨੂੰ, ਕਿੰਨੀ ਕੁ ਸ਼ਰਧਾ ਸੀ ਗੁਰੂ ਪਾਤਸ਼ਾਹ ਤੇ ਇੱਥੋਂ ਪਤਾ ਲੱਗ ਜਾਂਦਾ ਹੈ ਵੀ ਗੁਰੂ ਪਾਤਸ਼ਾਹ ਤੋਂ ਪਹਿਲਾਂ ਉਸਨੇ ਹਿੰਦੂ ਦੀ ਮਤ ਦੀ ਦੇਵੀ ਸਰਸਵਤੀ ਦੀ ਸਿਫਤ ਕੀਤੀ ਹੈ। ਇਹ ਹੈ ਪੰਡਤਾਂ ਦਾ ਪ੍ਰਭਾਵ। ਤੋਂ ਪੰਡਤਾਂ ਦੇ ਕਹਿਣ ਤੇ ਪਹਿਲਾਂ ਹਿੰਦੂ ਮਤ ਦੀ ਦੇਵੀ ਦੀ ਸਿਫਤ ਕੀਤੀ ਹੈ, ਉਹ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਨੂੰ ਇਹਨੇ ਯਾਦ ਕੀਤਾ। ਤੇ ਇਹੀ ਹਾਲ ਜਿਹੜਾ ਹੈ ਉਹ ਅਰਦਾਸ ਵਿੱਚ ਕੀਤਾ ਗਿਆ। ਸਿੱਖਾਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਅਰਦਾਸ ਵਿੱਚ, ਸਿੱਖਾਂ ਲਈ ਜਿਹੜੀ ਅਰਦਾਸ ਬਣਾਈ ਹੈ ਸ਼੍ਰੋਮਣੀ ਕਮੇਟੀ ਵੱਲੋਂ, ਉਹਦੇ ਵਿੱਚ ਪਹਿਲਾਂ ਦੁਰਗਾ ਦੀ ਉਸ ਵਿੱਚ ਇੱਕ ਪੌੜੀ ਪੜ੍ਹੀ ਜਾਂਦੀ ਹੈ ਤੇ ਫਿਰ ਗੁਰੂ ਨਾਨਕ ਲੈਣ ਤੇ ਆ ਕਿਹਾ ਜਾਂਦਾ ਹੈ ਬਿਲਕੁਲ ਉਹਨਾਂ ਲੀਆਂ ਦੇ ਉੱਤੇ ਅਰਦਾਸ ਵਾਲੀ ਪੌੜੀ ਜਿਹੜੀ ਆ ਉਹ ਪਾਈ ਗਈ ਹੈ। ਪਹਿਲਾਂ ਦੇਵੀ ਦੀ ਸਿਫਤ ਆ, ਉਹ ਤੋਂ ਬਾਅਦ ਫਿਰ ਗੁਰੂ ਆਉਂਦੇ ਹਨ। ਇਹ ਹੈ ਕਵੀ ਸੰਤੋਖ ਸਿੰਘ ਦੀਆਂ ਗੱਲਾਂ। ਅੱਗੇ ਦੇਖਦੇ ਹਾਂ, ਕਵੀ ਸੰਤੋਖ ਸਿੰਘ ਦੀਆਂ ਨਜ਼ਰਾਂ ਵਿੱਚ ਦੇਵੀ ਗੁਰੂ ਪਾਤਸ਼ਾਹ ਨਾਲੋਂ ਵੱਡੀ ਹੈ, ਤਾਂ ਹੀ ਉਸ ਨੇ ਦੇਵੀ ਦੀ ਸਿਫਤ ਲਿਖਣ ਵਿੱਚ ਪਹਿਲ ਕੀਤੀ ਹੈ। ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜਪਜੀ ਲਿਖਦੇ ਹਨ ਤਾਂ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਲਿਖਦੇ ਹਨ, ਤੇ ਜਿਹੜੀਆਂ ਦਸ਼ਮੁਰਾਂ ਦੀਆਂ ਰਚਨਾਵਾਂ ਆ ਉੱਥੇ ਲਿਖਦੇ ਹਨ ਸ਼੍ਰੀ ਭਗਵਤੀ ਜੀ ਸਹਾਏ, ਦੇਵੀ ਜੀ ਸਹਾਏ। ਤੇ ਇਸੇ ਤਰ੍ਹਾਂ ਹੀ ਕਵੀ ਸੰਤੋਖ ਸਿੰਘ ਨੇ ਲਿਖਿਆ ਸਰਸਵਤੀ ਦੇਵੀ ਦੀ ਪੂਜਾ। ਦੇਖੋ ਕੀ ਲਿਖਿਆ ਉਹਨਾਂ ਨੇ, ਸਾਰਸਵਤੀ ਸਰਿਤਾ ਵਹਿ ਵਾਕ ਤਰੰਗ ਵਿਚਾਰ, 400 ਮਮ ਮਾਨਸ ਵਿਖੈ ਜਾਨੋ ਸਾਰ ਅਸਾਰ। ਇਹ ਸੀ ਸਾਰਸਵਤੀ ਤੋਂ ਭਾਵ ਹੈ ਸਰਸਵਤੀ ਦੇਵੀ। ਅਰਥ ਵਿਚਾਰ ਕੀ ਬਣਿਆ ਇਹਦੇ, ਕਵੀ ਭਾਵੇਂ ਸਰਸਵਤੀ ਦੇਵੀ ਤੋਂ ਮੰਗ ਰਿਹਾ ਹੈ ਕਿ ਉਹ ਉਸ ਦੇ ਮਨ ਵਿੱਚ ਕਵੀ ਬਣ ਕੇ ਵਹਿ ਤੁਰੇ, ਉਸ ਦੇ ਮਨ ਵਿੱਚ ਕਵੀ ਬਣ ਕੇ ਬਹਿ ਤੁਰੇ, ਤਾਂ ਜੋ ਉਹ ਸੱਚ ਤੇ ਝੂਠ ਦੀ ਵਿਚਾਰ ਕਰ ਸਕੇ। ਤੋ ਦੇਵੀ ਅੱਗੇ ਬੇਨਤੀ ਕਰਦਾ ਕਿ ਕਵੀ ਬਣ ਕੇ ਮੇਰੇ ਮਨ 'ਚ ਬਹਿ ਜਾ, ਮੈਂ ਸੱਚ ਝੂਠ ਦੀ ਵਿਚਾਰ ਕਰ ਸਕਾਂ। ਤੇ ਸੱਚ ਝੂਠ ਦੀ ਵਿਚਾਰ ਕੀ ਕੀਤੀ ਹੈ, ਇਹ ਆਪਣੇ ਸਾਰਿਆਂ ਸਾਹਮਣੇ। ਹੈਰਾਨੀ ਇਹ ਹੈ ਕਿ ਸਿੱਖੀ ਵਿਚਾਰਧਾਰਾ ਨੂੰ ਗੰਧਲਾ ਕਰਨ ਲਈ ਉਸ ਕੋਲੋਂ ਝੂਠ ਮੁੱਕਦਾ ਹੀ ਨਹੀਂ ਅਤੇ ਸੱਚ ਨੇੜੇ ਢੁੱਕਦਾ ਹੀ ਨਹੀਂ। ਹੁਣ ਦੇਖਦੇ ਹਾਂ ਬਾਲਕ ਹਰਿਗੋਬਿੰਦ ਜੀ ਦੇ ਜਨਮ ਸੰਬੰਧੀ ਜੋ ਗੱਪਾਂ ਦਾ ਵੇਰਵਾ ਦਿੱਤਾ ਹੈ ਵਿੱਚ ਇਹਦੇ, ਉਹ ਆਪਾਂ ਦੇਖਦੇ ਹਾਂ। ਇੱਥੋਂ ਹੀ ਕਹਾਣੀਆਂ ਬਹੁਤਿਆਂ ਨੇ ਗਾਂ ਚੁੱਕੀਆਂ। ਅੰਸ਼ ਨੰਬਰ 2 ਅਤੇ 3 ਵਿੱਚ ਮਾਤਾ ਗੰਗਾ ਜੀ ਵੱਲੋਂ ਭਾਈ ਬੁੱਢਾ ਜੀ ਤੋਂ ਪੁੱਤਰ ਹੋਣ ਦਾ ਵਰ ਲੈਣ ਦਾ ਜਿਹੜਾ ਬਿਆਨ ਹੈ, ਕਹਾਣੀ ਹੈ, ਉਹ ਇਸੇ ਗ੍ਰੰਥ ਵਿੱਚ ਮਿਲਦੀ ਹੈ। ਸੂਰਜ ਪ੍ਰਕਾਸ਼ ਵਿੱਚ ਭਾਈ ਬੁੱਢਾ ਜੀ ਜਾਂ ਬਾਬਾ ਬੁੱਢਾ ਜੀ ਅੱਜ ਕੱਲ੍ਹ ਲੋਕ ਕਹਿੰਦੇ ਹਨ, ਗੁਰੂ ਪਾਤਸ਼ਾਹ ਨੇ ਬਾਬਾ ਬੁੱਢਾ ਨਾਂ ਨਹੀਂ ਸੀ ਰੱਖਿਆ, ਕਿਉਂਕਿ ਬਾਬਾ ਸ਼ਬਦ ਗੁਰੂ ਵਾਸਤੇ ਵਰਤਿਆ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਹੁਣ ਵੀ ਗੁਰੂ ਵਾਸਤੇ ਬਾਬਾ ਸ਼ਬਦ ਵਰਤਿਆ ਜਾਂਦਾ ਹੈ। ਭਾਈ ਬੁੱਢਾ ਜੀ ਉਸ ਵੇਲੇ ਆਖਦੇ ਸਨ, ਲੋਕਾਂ ਨੇ ਹੌਲੀ ਹੌਲੀ ਬਾਬਾ ਸ਼ਬਦ ਨਾਲ ਜੋੜ ਦਿੱਤਾ। ਇਹ ਸਾਖੀ ਇੱਕ ਕਹਾਣੀ ਹੈ, ਗੱਪ ਕਹਾਣੀ ਹੈ। ਕਈ ਸ਼ੰਕੇ ਪੈਦਾ ਹੁੰਦੇ ਹਨ, ਗੁਰੂ ਜੀ ਤੋਂ ਸਭ ਸਿੱਖਾਂ ਦੀਆਂ ਮੁਰਾਦਾਂ ਪੂਰੀਆਂ ਹੋਣ ਤੇ ਮਾਤਾ ਜੀ ਭਾਈ ਬੁੱਢੇ ਜੀ ਤੋਂ ਵਰ ਲੈਣ ਜਾਣ। ਭਾਈ ਬੁੱਢੇ ਜੀ ਨੇ ਸ਼ਰਾਪ ਦੇ ਦਿੱਤਾ ਕਿ ਗੁਰੂ ਕਿਆਂ ਨੂੰ ਕਿੱਥੋਂ ਭਾਜੜ ਪੈ ਗਈ ਹੈ। ਮਾਤਾ ਗੰਗਾ ਜੀ ਦੇ ਮੂੰਹੋਂ ਸ਼ਰਾਪ ਦੀ ਇਹ ਗੱਲ ਫਿਰ ਗੁਰੂ ਜੀ ਨੂੰ ਦੱਸੀ ਗਈ ਸੀ। ਇਹ ਕਹਾਣੀ ਕਹਿੰਦੀ ਹੈ, ਜਿਹੜੀ ਘੜੀ ਹੈ ਸੰਤੋਖ ਸਿੰਘ ਨੇ, ਕਿ ਮਾਤਾ ਗੰਗਾ ਜੀ ਨੇ ਫਿਰ ਇਹ ਗੁਰੂ ਜੀ ਨੂੰ ਜਾ ਕੇ ਕਿਹਾ, ਆਪਣੇ ਪਤੀ ਜੀ ਨੂੰ, ਪੰਜਵੇਂ ਪਾਤਸ਼ਾਹ ਨੂੰ ਕਿਹਾ ਕਿ ਭਾਈ ਬੁੱਢੇ ਨੇ ਕਿਹਾ ਵੀ ਕਿੱਥੋਂ ਭਾਜੜ ਪੈ ਗਈ ਆ, ਜਾ ਕੇ ਦੱਸੀ। ਫਿਰ ਕਵੀ ਕਹਿੰਦਾ ਹੈ ਕਿ ਗੁਰੂ ਜੀ ਨੇ ਜਾਣ ਦਾ ਢੰਗ ਤਰੀਕਾ ਦੱਸਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪਹਿਲਾਂ ਜਾਣ ਸਮੇਂ ਮਾਤਾ ਗੰਗਾ ਜੀ ਗੁਰੂ ਪਤੀ ਜੀ ਨੂੰ ਦੱਸੇ ਬਿਨਾਂ ਅਤੇ ਪਤੀ ਦੀ ਸਲਾਹ ਤੋਂ ਉਹ ਬਿਨਾਂ ਕਿਵੇਂ ਚਲੇ ਗਏ? ਜਿਹੜਾ ਢੰਗ ਤਰੀਕਾ ਹੁਣ
ਕਵੀ ਕਹਿੰਦਾ ਗੁਰੂ ਜੀ ਨੇ ਦੱਸਿਆ ਭਾਜੜ ਪੈਣ ਤੋਂ ਬਾਅਦ, ਕਹਿਣ ਤੋਂ ਬਾਅਦ। ਇਹਦਾ ਮਤਲਬ ਇਹ ਹੈ ਕਿ ਮਾਤਾ ਗੰਗਾ ਜੀ ਗੁਰੂ ਜੀ ਨੂੰ ਦੱਸੇ ਤੋਂ ਬਿਨਾਂ ਹੀ ਚਲੇ ਗਏ, ਆਪਣੇ ਪਤੀ ਦੀ ਸਲਾਹ ਤੋਂ ਬਿਨਾਂ ਹੀ ਤੁਰ ਪਏ। ਇਹ ਕਦੀ ਹੋ ਸਕਦਾ? ਇਹ ਨਹੀਂ ਹੋ ਸਕਦਾ। ਇਸੇ ਕਹਾਣੀ ਇਹ ਘੜੀ ਗਈ ਹੈ। ਗੁਰੂ ਜੀ ਨੂੰ ਦੁਬਾਰਾ ਢੰਗ ਦੱਸਣਾ ਪਿਆ। ਕੀ ਇਹ ਹੋ ਸਕਦਾ ਹੈ ਕਿ ਮਾਤਾ ਗੰਗਾ ਜੀ ਗੁਰੂ ਜੀ ਤੋਂ ਚੋਰੀ ਹੀ ਚਲੇ ਗਏ ਅਤੇ ਸਿੱਖੀ ਦੇ ਸਾਦਗੀ ਦੇ ਸਿਧਾਂਤ ਦੀ ਪ੍ਰਵਾਹ ਵੀ ਨਹੀਂ ਕੀਤੀ? ਗੁਰੂ ਕਿਆਂ ਨੂੰ ਭਾਜੜ ਪੈਣੀ ਆਖਣਾ ਤਾਂ ਗੁਰੂ ਜੀ ਦੀ ਵੀ ਨਰਾਦਰੀ ਸੀ। ਭਾਵੇਂ ਭਾਈ ਬੁੱਢਾ ਜੀ ਕਿੰਨੇ ਮਹਾਨ ਸਿੱਖ ਸੀ, ਪਰ ਗੁਰੂ ਨਾਲੋਂ ਤਾਂ ਨਹੀਂ ਉੱਚੇ। ਉਹਨਾਂ ਨੇ ਕਿੱਥੋਂ ਭਾਜੜ ਪੈ ਗਈ ਕਹਿ ਕੇ ਗੁਰੂ ਕਿਆਂ ਨੂੰ? ਇਹਦੇ ਵਿੱਚ ਗੁਰੂ ਦੀ ਵੀ ਨਰਾਦਰੀ ਹੈ। ਅਤੇ ਭਾਈ ਬੁੱਢੇ ਜੀ ਵੱਲੋਂ ਅਹੰਕਾਰ ਦਾ ਪ੍ਰਗਟਾਵਾ ਵੀ ਸੀ। ਕਵੀ ਅਨੁਸਾਰ ਦੂਜੀ ਵਾਰੀ ਮਾਤਾ ਗੰਗਾ ਜੀ ਭਾਈ ਬੁੱਢੇ ਕੋਲ ਗਏ ਤੇ ਭਾਈ ਬੁੱਢੇ ਜੀ ਨੇ ਪੁੱਤਰ ਦਾ ਵਰ ਦੇ ਦਿੱਤਾ। ਸਿੱਖੀ ਵਿੱਚ ਵਰ ਅਤੇ ਸਰਾਪ ਵਾੜਨੇ ਇਹ ਵੀ ਇੱਕ ਹਿੰਦੂ ਮਤ ਦੇ ਰਿਸ਼ੀਆਂ ਮੁਨੀਆਂ ਦੀ ਨਕਲ ਨਹੀਂ, ਉਹਨਾਂ ਦੀ ਨਕਲ ਹੈ। ਵਰ ਸਰਾਪ ਦੇਣੇ ਇਹ ਹਿੰਦੂ ਰਿਸ਼ੀਆਂ ਮੁਨੀਆਂ ਦਾ ਕੰਮ ਸੀ। ਗੁਰਬਾਣੀ ਤਾਂ ਕਹਿੰਦੀ ਹੈ, ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਇੱਛਾ ਪੂਰਕ ਸਰਬ ਸੁਖ ਦਾਤਾ ਹਾਰੀ, ਜਾ ਕੈ ਵਸੈ ਕਾਮ ਧੇਨਾ। ਇਹ ਉਪਦੇਸ਼ ਕਿਹਦੇ ਵਾਸਤੇ ਲਿਖੇ ਹੋਏ ਆ? ਸੋ ਐਸਾ ਹਰਿ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਹੈ ਕੋਈ ਬਾਹਰ ਦੀ ਗੱਲ ਇੱਥੇ? ਫਿਰ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਨਾਨਕ ਤਿਨ ਬਿਟੋਂ ਵਾਰਿਆ, ਜਿਨ ਅਨ ਦਿਨ ਹਿਰਦੈ ਹਰਿ ਨਾਮ ਧਿਆਈਐ। ਹੁਣ ਲੋਕ ਸਟੇਜਾਂ ਤੇ ਕਹਾਣੀਆਂ ਸੁਣਾਉਂਦੇ ਹਨ ਕਿ ਗੁਰੂ ਪਾਤਸ਼ਾਹ ਨੇ ਮਾਤਾ ਜੀ ਨੂੰ ਭੇਜਿਆ। ਤਾਂ ਕਵੀ ਤਾਂ ਕਹਿੰਦਾ ਆ ਕਿ ਕਿੱਥੋਂ ਗੁਰੂ ਕੇ ਨੂੰ ਭਾਜੜ ਪੈ ਗਈ ਆ, ਤੇ ਇਉਂ ਜਾਪਦਾ ਵੀ ਗੁਰੂ ਜੀ ਨੂੰ ਦੱਸੇ ਤੋਂ ਬਿਨਾਂ ਹੀ ਚਲੇ ਗਏ। ਫਿਰ ਦੂਜੀ ਵਾਰੀ ਗੁਰੂ ਜੀ ਨੇ ਕਿਹਾ ਐਦਾਂ ਜਾਓ। ਤੇ ਇਹ ਕਹਾਣੀ ਜਿਹੜੀ ਆ ਇਹਦੇ ਵਿੱਚ 100 ਵਿੰਗ ਬਲ ਨਜ਼ਰ ਆ ਰਹੇ ਆ। ਸੋ ਜਾਪਦਾ ਇੱਦਾਂ ਹੈ ਕਿ ਕਵੀ ਸੰਤੋਖ ਸਿੰਘ ਨੇ ਇਹ ਜਿਹੜੀ ਕਹਾਣੀ ਘੜੀ ਆ, ਇਸ ਕਹਾਣੀ ਦੀ ਨਕਲ ਜਿਹੜੀ ਆ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਗ੍ਰੰਥ ਵਿੱਚੋਂ ਕੀਤੀ ਹੈ। ਉੱਥੇ ਕੀ ਲਿਖਿਆ? ਜਿੱਥੇ ਲਿਖਿਆ ਹੋਇਆ ਹੈ ਕਿ ਭਾਈ ਬੁੱਢੇ ਜੀ ਦੇ ਵਰ ਨਾਲ ਮਾਤਾ ਗੰਗਾ ਜੀ ਦੇ ਪੇਟ ਵਿੱਚ ਉਸੇ ਸਮੇਂ ਹੀ ਹਵਾ ਭਰ ਗਈ ਸੀ। ਇਹ ਲਿਖਿਆ ਹੋਇਆ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ। ਤੇ ਇਹ ਕਹਾਣੀ ਜਿਹੜੀ ਆ ਇਹ ਜੋੜਤੀ ਗਈ ਬਾਬਾ ਬੁੱਢਾ ਜੀ ਦੇ ਨਾਲ, ਇਹਦਾ ਕਨੈਕਸ਼ਨ ਜੋੜ ਦਿੱਤਾ ਕਿ ਉਹਨਾਂ ਨੇ ਵਰ ਦੇ ਦਿੱਤਾ। ਤੇ ਗ੍ਰੰਥ ਕਹਿੰਦਾ ਆ ਗੁਰੂ ਬਿਲਾਸ ਪਾਤਸ਼ਾਹੀ ਕਿ ਹਵਾ ਵੀ ਉਦੋਂ ਭਰ ਗਈ, ਬਾਬਾ ਬੁੱਢਾ ਜੀ ਦੇ ਵਰ ਨਾਲ ਹਵਾ ਭਰ ਗਈ। ਕਿੰਨੀਆਂ ਅਨਹੋਣੀਆਂ ਗੱਲਾਂ ਲਿਖੀਆਂ ਹੋਈਆਂ। ਅੰਸ਼ ਨੰਬਰ 4 ਅਤੇ 5 ਵਿੱਚ ਬਾਲ ਹਰਗੋਬਿੰਦ ਦੇ ਜਨਮ ਅਤੇ ਭਾਈ ਬੁੱਢੇ ਜੀ ਵੱਲੋਂ ਬਾਲਕ ਦੇ ਦਰਸ਼ਨਾਂ ਦਾ ਵੀ ਜ਼ਿਕਰ ਹੈ। ਨੰਬਰ 2, ਇੱਕ ਦਾਈ ਵੱਲੋਂ ਬਾਲ ਹਰਗੋਬਿੰਦ ਨੂੰ ਮਾਰਨ ਦੀ ਕਹਾਣੀ ਵੀ ਇਸ ਗ੍ਰੰਥ ਵਿੱਚ ਬਣਾਈ ਗਈ ਹੈ। ਅੰਸ਼ ਨੰਬਰ 6, 7 ਅਤੇ 8 ਵਿੱਚ ਦਾਈ ਦੇ ਮਰਨ, ਉਹ ਦਾਈ ਜਿਹੜੀ ਸੀ ਉਹ ਮਰੀ ਵੀ ਹੈ, ਦਾਈ ਦੇ ਮਰਨ ਦੀ ਗੱਲ ਕੀਤੀ ਅਤੇ ਮਾਤਾ ਗੰਗਾ ਜੀ ਵੱਲੋਂ ਕਰਵਾਏ ਗਏ ਟੂਣਿਆਂ ਦਾ ਵੀ ਜ਼ਿਕਰ ਹੈ। ਹੁਣ ਊੜਾ ਪਾ ਕੇ ਕਹਿੰਦਾ, ਕਵੀ ਲਿਖਦਾ ਹੈ ਕਿ ਭਾਈ ਪ੍ਰਿਥੀ ਚੰਦ ਦੀ ਪਤਨੀ ਬੀਬੀ ਕਰਮੋ ਨੇ ਇੱਕ ਦਾਈ ਨੂੰ ਪੈਸੇ ਦੇ ਕੇ ਮਨਾਇਆ ਕਿ ਉਹ ਬਾਲ ਹਰਗੋਬਿੰਦ ਨੂੰ ਮਾਰ ਦੇਵੇ। ਇਸ ਕੰਮ ਲਈ ਕਹਾਣੀ ਬਣਾਈ ਗਈ ਕਿ ਦਾਈ ਆਪਣੇ ਥਣਾ ਨੂੰ ਜ਼ਹਿਰ ਲਾ ਲਵੇ ਅਤੇ ਵਡਾਲੀ ਜਾ ਕੇ ਬਾਲ ਗੋਬਿੰਦ ਨੂੰ ਦੁੱਧ ਦੇਣ ਦੇ ਬਹਾਨੇ ਜ਼ਹਿਰ ਉਸ ਦੇ ਮੂੰਹ ਵਿੱਚ ਪਾ ਦੇਵੇ। ਪਹਿਲੀ ਗੱਲ ਤਾਂ ਇਹ ਹੈ ਕਿ ਸਭ ਨੂੰ ਪਤਾ ਹੈ ਕਿ ਜ਼ਹਿਰ ਸਰੀਰ ਵਿੱਚ ਜਾ ਕੇ ਆਪਣਾ ਅਸਰ ਕਰਦੀ ਹੈ। ਕਿ ਛਾਤੀਆਂ ਰਾਹੀਂ ਦਾਈ ਦੇ ਅੰਦਰ ਜ਼ਹਿਰ ਨਹੀਂ ਸੀ ਜਾਣੀ? ਕਿ ਦਾਈ ਇੰਨੀ ਭੋਲੀ ਸੀ ਕਿ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜ਼ਹਿਰ ਚਮੜੀ ਰਾਹੀਂ
ਉਸ ਦੇ ਅੰਦਰ ਜਾ ਕੇ ਉਸ ਨੂੰ ਮਾਰ ਸਕਦੀ ਹੈ। ਫਿਰ ਕਵੀ ਲਿਖਦਾ ਹੈ ਕਿ ਦਾਈ ਨੇ ਬਾਲ ਹਰਗੋਬਿੰਦ ਦੇ ਮੂੰਹ ਵਿੱਚ ਦੁੱਧ ਪਾਉਣ ਦੀ ਕੋਸ਼ਿਸ਼ ਕੀਤੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਲ ਹਰਗੋਬਿੰਦ ਇੰਨਾ ਸੁੰਝਾ ਛੱਡਿਆ ਹੋਇਆ ਸੀ ਕਿ ਦਾਈ ਦੀ ਸਿੱਧੀ ਪਹੁੰਚ ਉਸ ਤਾਈਂ ਪੈ ਗਈ। ਕੀ ਘਰ ਵਿੱਚ ਉਸ ਸਮੇਂ ਕੋਈ ਹੋਰ ਵੀ ਨਹੀਂ ਸੀ? ਇੰਨੇ ਛੋਟੇ ਬਾਲ ਨੂੰ ਘਰ ਵਿੱਚ ਇਕੱਲਾ ਛੱਡਣਾ ਕੀ ਸੰਭਵ ਹੈ ਕਿ ਦਾਈ ਦੀ ਸਿੱਧੀ ਪਹੁੰਚ ਕਿਸੇ ਨੂੰ ਪੁੱਛੇ ਦੱਸੇ ਤੋਂ ਬਿਨਾਂ ਹੀ ਬਾਲ ਕੋਲ ਪਹੁੰਚ ਗਈ ਤੇ ਦੁੱਧ ਉਸ ਦੇ ਮੂੰਹ ਵਿੱਚ ਪਾਉਣ ਦਾ ਯਤਨ ਕਰਨ ਲੱਗ ਪਈ। ਬੜੀ ਹੈਰਾਨੀ ਵਾਲੀਆਂ ਗੱਲਾਂ। ਅੱਗੇ ਐੜਾ ਭਾਗ ਵਿੱਚ ਦਾਈ ਦੀ ਮੌਤ ਹੋਣ ਤੇ ਹੁਣ ਦਾਈ ਕਹਿੰਦੇ, ਕਵੀ ਕਹਿੰਦਾ ਦਾਈ ਦੀ ਮੌਤ ਹੋ ਗਈ ਤੇ ਬਾਲ ਹਰਗੋਬਿੰਦ ਬਚ ਗਿਆ। ਦਾਈ ਦੀ ਮੌਤ ਹੋ ਗਈ। ਹੁਣ ਜਦੋਂ ਦਾਈ ਦੀ ਮੌਤ ਹੋ ਜਾਂਦੀ ਹੈ, ਇਹ ਕਹਾਣੀ ਕੋਈ ਨਹੀਂ ਸੁਣਾਉਂਦਾ। ਇੱਥੋਂ ਤੱਕ ਬੰਦ ਕਰ ਦਿੰਦੇ ਹਨ ਕਿ ਬਸ ਉਹ ਬਾਲ ਹਰਗੋਬਿੰਦ ਜਿਹੜੇ ਉਹ ਬਚ ਗਏ ਤੇ ਦਾਈ ਦਾ ਬਾਹਰ ਖਾਲੀ ਗਿਆ। ਹੁਣ ਦਾਈ ਦੀ ਤਾਂ ਹੋ ਗਈ ਮੌਤ, ਜ਼ਹਿਰ ਜਿਹੜੀ ਛਾਤੀਆਂ ਨੂੰ ਲਾਈ ਸੀ ਉਹਦੀ ਮੌਤ ਹੋ ਗਈ। ਹੁਣ ਕਵੀ ਕਹਿੰਦਾ ਹੈ ਕਿ ਦਾਈ ਦੀ ਮੌਤ ਹੋਣ ਤੇ ਉਸ ਦੀ ਰੂਹ ਹੁਣ ਗੱਲਾਂ ਕਰਦੀ ਹੈ। ਸੁਣੋ ਧਿਆਨ ਨਾਲ, ਦਾਈ ਦੀ ਰੂਹ ਗੱਲਾਂ ਕਰਦੀ। ਇਹ ਕੋਈ ਕਹਾਣੀ ਨਹੀਂ ਸੁਣਾਉਂਦਾ ਗਾਂ, ਉਹ ਇੱਥੋਂ ਤੱਕ ਹੀ ਪਿੱਛੋਂ ਤੱਕ ਸੀਮਤ ਰਹਿੰਦੇ ਹਨ। ਕਵੀ ਲਿਖਦਾ ਹੈ ਕਿ ਥਣਾ ਰਾਹੀਂ ਜ਼ਹਿਰ ਅੰਦਰ ਜਾਣ ਨਾਲ ਦਾਈ ਦੀ ਮੌਤ ਹੋ ਗਈ। ਕਵੀ ਦੀ ਗੱਪ ਕਹਾਣੀ ਅਨੁਸਾਰ ਦਾਈ ਦੀ ਰੂਹ ਗੱਲਾਂ ਕਰਨ ਲੱਗ ਪਈ। ਹੈ ਨਾ ਹੋਣੀਆਂ ਗੱਲਾਂ, ਰੂਹ ਵੀ ਕਦੀ ਗੱਲਾਂ ਕਰਦੀ ਕਿਸੇ ਦੀ। ਦਾਈ ਦੀ ਰੂਹ ਬੋਲਦੀ ਆ, ਦਾਈ ਦੀ ਰੂਹ ਬੋਲਣ ਲੱਗ ਪਈ। ਤੋ ਬਾਣੀ ਤੇ ਕਹਿੰਦੀ ਆ ਕਿਸੇ ਨੂੰ ਦੱਬ ਦਿਓ, ਕਿਸੇ ਨੂੰ ਜਲ ਪ੍ਰਵਾਹ ਕਰ ਦਿਓ, ਕਿਸੇ ਨੂੰ ਅਗਨੀ ਪਿੰਡ ਕਰ ਦਿਓ, ਕਿਸੇ ਨੂੰ ਕਿਸੇ ਟੋਏ 'ਚ ਸੁੱਟ ਦਿਓ, ਕੋਈ ਜਾਨਵਰ ਖਾ ਜਾਣ ਤਾਂ ਉਹਨਾਂ ਦੀਆਂ ਰੂਹਾਂ ਕਿੱਥੇ ਜਾਂਦੀਆਂ ਹਨ ਇਹ ਕਿਸੇ ਨੂੰ ਨਹੀਂ ਪਤਾ। ਇਹਨਾਂ ਦਾ ਕੋਈ ਦੱਬਣ ਜਾਂ ਫੂਕਣ ਨਾਲ ਕੋਈ ਸੰਬੰਧ ਨਹੀਂ ਹੈ, ਨਾ ਇਹਨਾਂ ਦਾ ਕਿਸੇ ਧਰਮ ਨਾਲ ਸੰਬੰਧ ਹੈ ਕੋਈ ਵੀ। ਰੂਹਾਂ ਕਿੱਥੇ ਜਾਂਦੀਆਂ? ਇੱਥੇ ਕਵੀ ਕਹਿੰਦਾ ਦਾਈ ਦੀ ਰੂਹ ਜਿਹੜੀ ਆ ਉਹ ਕਿਤੇ ਨਹੀਂ ਗਈ ਤੇ ਉਹ ਗੱਲਾਂ ਹੀ ਕਰਨ ਲੱਗ ਪਈ। ਹੁਣ ਰੂਹ ਕਹਿੰਦੀ ਦਾਈ ਦੀ, ਪਿਛਲੇ ਜਨਮ ਵਿੱਚ ਮੈਂ ਸਵਰਗ ਵਿੱਚ ਦੇਵਤਿਆਂ ਅੱਗੇ ਗਾਉਣ ਵਾਲੀ ਸੀ, ਗਾਉਣ ਵਾਲੀ ਸਾਂ। ਆਪਣੇ ਰੰਗ ਰੂਪ ਤੇ ਕਹਿੰਦੀ ਮੈਨੂੰ ਮਾਣ ਬਹੁਤ ਸੀ। ਰੂਹ ਗੱਲਾਂ ਕਰਦੀ ਆ ਕਿ ਇੱਕ ਦਿਨ ਗਾਉਣ ਸਮੇਂ ਮੈਂ ਗੁਰੂ ਬ੍ਰਹਸਪਤ, ਹਿੰਦੂਆਂ ਦਾ ਗੁਰੂ ਦੇ ਉੱਥੇ ਆਉਣ ਤੇ ਉਹਨਾਂ ਦਾ ਮਾਣ ਨਾ ਕਰ ਸਕੀ। ਤੇ ਇਹ ਗੱਲ ਕਰਦੀ ਆ ਸਵਰਗ ਵਿੱਚ ਦੇਵਤਿਆਂ ਦੇ ਗਾਉਣ ਵਾਲੀ ਸੀ। ਕਿੱਥੇ ਸਵਰਗ ਦੀਆਂ ਗੱਲਾਂ ਕਰੀ ਜਾਂਦਾ ਇਹ ਕਵੀ। ਸਵਰਗ ਤਾਂ ਨਰਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਦ ਕਰਦੀ ਹੈ ਦੋਵੇਂ। ਗਾਂ ਕੋਈ ਸਵਰਗ ਨਹੀਂ, ਗਾਂ ਕੋਈ ਨਰਕ ਨਹੀਂ। ਇੱਥੇ ਕਵੀ ਉਹਦੀ ਰੂਹ ਤੋਂ ਗੱਲਾਂ ਕਰਵਾਈ ਜਾਂਦਾ ਕਿ ਉਹ ਸਵਰਗ ਵਿੱਚ ਦੇਵਤਿਆਂ ਅੱਗੇ ਗਾਉਣ ਵਾਲੀ ਸੀ ਤੇ ਬ੍ਰਹਸਪਤੀ ਜਦੋਂ ਗੁਰੂ ਉੱਥੇ ਪਹੁੰਚੇ ਮੈਂ ਉਹਦਾ ਆਦਰ ਮਾਣ ਨਾ ਕਰਿਆ ਤੇ ਮੈਨੂੰ ਉਹਨਾਂ ਨੇ ਸ਼ਰਾਪ ਦਿੱਤਾ। ਰੂਹ ਗੱਲਾਂ ਕਰਦੀ ਦਾਈ ਦੀ, ਰੂਹ ਬੋਲਦੀ ਆ। ਮੈਂ ਬੇਨਤੀ ਕੀਤੀ ਕਿ ਸ਼ਰਾਪ ਕਦੋਂ ਹਟੇਗਾ? ਮੈਨੂੰ ਕਹਿੰਦੀ ਉੱਤਰ ਮਿਲਿਆ ਕਿ ਸਾਹਿਬਜ਼ਾਦੇ ਹਰਗੋਬਿੰਦ ਦੇ ਹੱਥੋਂ ਮੁਕਤੀ ਹੋਵੇਗੀ। ਕਿੱਥੇ ਸਵਰਗ ਵਿੱਚ ਜਾ ਕੇ ਕੰਮ ਕਰਦੀ ਆ, ਕਿੱਥੇ ਰੂਹ ਜਿਹੜੀ ਆ ਉਹਨੂੰ ਇਹ ਆਕਾਸ਼ਬਾਣੀ ਹੋ ਜਾਂਦੀ ਆ ਵੀ ਸਾਹਿਬਜ਼ਾਦੇ ਹਰਗੋਬਿੰਦ ਦੇ ਹੱਥੋਂ ਮੁਕਤੀ ਹੋਵੇਗੀ। ਹੈ ਨਾ ਹੋਣੀਆਂ ਗੱਲਾਂ। ਹੁਣ ਮੈਂ ਗੰਧਰਵੀ ਬਣ ਕੇ ਕਹਿੰਦੀ ਫਿਰ ਸਵਰਗ ਨੂੰ ਜਾ ਰਹੀ ਹਾਂ, ਉੱਥੇ ਹੀ ਜਿੱਥੇ ਮੈਂ ਸਵਰਗ ਤੋਂ ਆਈ ਸੀ ਤੇ ਉੱਥੇ ਮੈਂ ਫੇਰ ਜਾ ਰਹੀ ਹਾਂ। ਇਹਨੂੰ ਕਿੱਥੋਂ ਇਲਮ ਆ ਗਿਆ ਸਵਰਗ ਨੂੰ ਜਾ ਰਹੀ ਹੈ? ਕਿਹੜੇ ਸਵਰਗ ਨੂੰ ਜਾ ਰਹੀ ਆ ਤੇ ਕਿਹੜੇ ਸਵਰਗ ਨੂੰ ਕਵੀ ਇਹ ਭੇਜ ਰਿਹਾ ਆ? ਦਾਈ ਦੀ ਰੂਹ ਨੂੰ। ਤੇ ਇਹ ਦਾਈ ਦੀ ਰੂਹ ਜਿਹੜੀ ਹੈ ਫਿਰ ਗੱਲਾਂ ਕਰਨ ਲੱਗ ਪੈਂਦੀ। ਕਹਿੰਦੀ ਹੁਣ ਮੈਂ ਫੇਰ ਸਵਰਗ ਨੂੰ ਜਾ ਰਹੀ ਹਾਂ, ਮਰੀ ਪਈ। ਮੈਨੂੰ ਫਿਰ ਰੂਹ ਬੋਲਦੀ ਹੈ, ਮੈਨੂੰ ਕਰਮੋਂ ਨੇ 100 ਰੁਪਏ ਦੇ ਕੇ ਥਣਾ ਨੂੰ ਲਾਈ ਜ਼ਹਿਰ ਨਾਲ ਬਾਲ ਨੂੰ ਮਾਰਨ ਲਈ ਭੇਜਿਆ ਸੀ। ਹੁਣ ਇਹ ਤਾਂ ਗੱਲ ਜਿਹੜੀ ਇਹ ਕਹਿ ਦਿੰਦੇ ਆ ਕਿ 100 ਰੁਪਏ ਦਿੱਤੇ ਸੀ। ਇਹ ਕਥਾ ਪਾਜੇ ਕਹਿ ਦਿੰਦੇ ਹਨ ਕਿ 100 ਰੁਪਏ ਦੇ ਕੇ ਭੇਜਿਆ ਸੀ। ਹੁਣ 100 ਰੁਪਈਏ ਇਹ ਕਿੱਥੋਂ ਪਤਾ ਲੱਗਾ? ਇਹ ਰੂਹ ਕਹਿੰਦੀ ਆ। ਰੂਹ ਦੀ ਕਹਾਣੀ ਸਾਰੀ ਨਹੀਂ ਸੁਣਾਉਂਦੇ, ਉਹ ਰੋਕ ਲੈਂਦੇ ਆ। ਇਹ ਕਵੀ ਦੀਆਂ ਗੱਲਾਂ ਆ। ਕਵੀ ਖੁਦ ਜਿਹੜਾ ਇਹ ਸਵਰਗ ਨਰਕ ਦੀਆਂ ਗੱਲਾਂ ਕਰਦਾ ਤੇ
ਕਰਾਮਾਤੀ ਗੱਲਾਂ ਜਿਹੜੀਆਂ ਉਹ ਵਿੱਚ ਵਾੜੀਆਂ ਗਈਆਂ। ਅੱਗੇ ਨੰਬਰ 3 ਤੇ ਚੱਲਦੇ ਹਾਂ। ਅੱਗੇ ਮਾਤਾ ਗੰਗਾ ਜੀ ਤੋਂ ਟੂਣਾ ਵੀ ਕਰਵਾਇਆ ਗਿਆ। ਟੂਣਾ, ਹਾਲਾਂਕਿ ਟੂਣਿਆਂ ਟਾਵਣਿਆਂ ਦਾ ਕੋਈ ਜ਼ਿਕਰ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਖੰਡਨ ਕੀਤਾ ਗਿਆ ਆ ਟੂਣਿਆਂ ਦਾ। ਇਹ ਸਿੱਖੀ ਨਾਲ ਕੋਈ ਟੂਣਿਆਂ ਦਾ ਸੰਬੰਧ ਨਹੀਂ ਹੈ। ਤੰਤ ਮੰਤ ਨਾ ਜੋਹੀ ਤੇ ਚਾਖ ਨਾ ਲੱਗਾ। ਚਾਖ ਦਾ ਮਤਲਬ ਹੈ ਟੂਣੇ, ਤੰਤਰ ਮੰਤਰ ਇਹ ਕੁਛ ਨਹੀਂ ਲੱਗਦੇ। ਰਾਮ ਨਾਮ ਜੋ ਜਨ ਜਪੈ ਆਂਦ ਨੂੰ ਸਦ ਜਾਗੈ, ਬਾਣੀ ਤਾਂ ਇੱਥੇ ਖੜੀ ਹੈ। ਤੇ ਕਵੀ ਸੰਤੋਖ ਸੋ ਕਹਿੰਦਾ ਮਾਤਾ ਗੰਗਾ ਜੀ ਨੇ ਟੂਣਾ ਕੀਤਾ। ਕਰੋ ਗੱਲ, ਪੰਜਵੇਂ ਪਾਤਸ਼ਾਹ ਦੇ ਮਹਿਲ ਹੋਣ ਤੇ ਉਹਨਾਂ ਤੋਂ ਇਹ ਕਵੀ ਜਿਹੜਾ ਟੂਣਾ ਕਰਵਾ ਰਿਹਾ। ਕਿੰਨੀ ਬੇਅਦਬੀ ਹੈ, ਨਾਲੇ ਮਾਤਾ ਜੀ ਦੀ ਬੇਅਦਬੀ, ਨਾਲੇ ਗੁਰੂ ਸਾਹਿਬ ਦੀ ਬੇਅਦਬੀ ਹੈ ਕਿ ਗੁਰੂ ਪਾਤਸ਼ਾਹ ਦੇ ਘਰ ਵਿੱਚ ਟੂਣੇ ਵੀ ਚੱਲ ਰਹੇ ਆ। ਕਵੀ ਲਿਖਦਾ ਹੈ ਕਿ ਮਾਤਾ ਗੰਗਾ ਜੀ ਡਰ ਗਏ ਕਿ ਕਿਤੇ ਬਾਲ ਨੂੰ ਕੁਝ ਹੋ ਨਾ ਜਾਵੇ। ਇਸ ਭੈੜੀ ਨਜ਼ਰ ਤੋਂ ਬਚਣ ਲਈ ਕਵੀ ਨੇ ਮਾਤਾ ਗੰਗਾ ਜੀ ਤੋਂ ਟੂਣੇ ਵਜੋਂ ਕੀ ਕੀਤਾ, ਸ਼ੇਰ ਦੀ ਨੌਂਦਰ ਸੋਨੇ ਵਿੱਚ ਮੜਾ ਕੇ ਬਾਲ ਹਰਗੋਬਿੰਦ ਦੇ ਗਲ ਵਿੱਚ ਪਵਾ ਦਿੱਤੀ। ਇਹ ਆ ਕਵੀ ਦੀਆਂ ਗੱਲਾਂ, ਐਵੇਂ ਨਹੀਂ ਮਾਨਕੋਸ਼ ਵਿੱਚ ਲਿਖਿਆ ਕਿ ਇਹ ਪੰਡਤਾਂ ਦੇ ਚੱਕਰ ਵਿੱਚ ਆ ਗਿਆ। ਜਿਹੜੇ ਨੌਕਰ ਸਨ ਰਾਜਾ ਉਦੇ ਸਿੰਘ ਦੇ, ਮਥੁਰਾ ਦੇ ਰਾਜਾ ਉਦੇ ਸਿੰਘ ਦੇ ਜਿਹੜੇ ਨੌਕਰ ਸਨ, ਉਹਨਾਂ ਦੇ ਚੱਕਰ ਵਿੱਚ ਆ ਗਿਆ ਤੇ ਇਹ ਫਿਰ ਟੂਣਾ ਕਰਵਾਤਾ। ਕਿਹੜਾ ਟੂਣਾ ਕਰਵਾਇਆ? ਸ਼ੇਰ ਦੀ ਨੌਂਦਰ ਲਈ ਉਸ ਨੂੰ ਸੋਨੇ ਵਿੱਚ ਮੜਾਇਆ ਅਤੇ ਬਾਲ ਹਰਗੋਬਿੰਦ ਦੇ ਗਲ ਵਿੱਚ ਨਜ਼ਰ ਵੱਟੂ ਪਵਾ ਦਿੱਤਾ। ਇਹ ਆ ਹਾਲ ਕਵੀ ਸੰਤੋਖ ਸਿੰਘ ਦਾ। ਇਹ ਸਿੱਖੀ ਦਾ ਪ੍ਰੇਮ ਦੇਖ ਲਓ ਕਿੰਨਾ ਗਿਆ, ਤੇ ਸਿੱਖੀ ਦੀਆਂ ਧੱਜੀਆਂ ਉਡਾ ਰਿਹਾ। ਦੇਖੋ ਇਹ ਸਬੂਤ। ਬਾਗ ਨਾਖ, ਬਾਗ ਦਾ ਨੌ, ਨਾਖ ਮਨੇ ਨੌ, ਬਾਗ ਨਾਖ ਮੜ ਕੰਚਨ ਤੇ ਮਖਤੂਲ ਗਰੇ ਮੈਂ ਡਾਲਤ ਹੈ। ਕਵੀ ਵੱਲੋਂ ਮਾਤਾ ਗੰਗਾ ਜੀ ਦੀ ਕੀਤੀ ਗਈ ਘੋਰ ਨਰਾਦਰੀ ਦੀ ਇਹ ਉਦਾਹਰਣ ਹੈ। ਇਹ 22 ਨੰਬਰ ਬੰਦ ਹੈ। ਆ ਜਿਹੜਾ ਟੂਣੇ ਵਾਲਾ ਆ ਨੰਬਰ 22 ਲਿਖਿਆ। ਗੁਰਬਾਣੀ ਨਾਲ ਸਿੱਖ ਸੰਗਤਾਂ ਦੇ ਭਰਮ ਤਾਂ ਮਿਟ ਰਹੇ ਹਨ, ਪਰ ਕਵੀ ਅਨੁਸਾਰ ਮਾਤਾ ਗੰਗਾ ਜੀ ਤੇ ਗੁਰਬਾਣੀ ਦਾ ਕੋਈ ਅਸਰ ਨਹੀਂ। ਕਵੀ ਇਹ ਕਹਿ ਰਿਹਾ ਤੇ ਉਹਨਾਂ ਤੋਂ ਟੂਣਾ ਕਰਵਾ ਰਿਹਾ ਅਤੇ ਉਹ ਵਹਿਮਾਂ ਭਰਮਾਂ ਵਿੱਚ ਹੀ ਗ੍ਰਸਤ ਹਨ। ਕਿੰਨਾ ਅਨਿਆਏ ਹੈ ਮਾਤਾ ਜੀ ਨਾਲ। ਗੁਰਬਾਣੀ ਤਾਂ ਟੂਣੇ ਟਾਵਣਾ ਤੋਂ ਵਰਜਦੀ ਉਪਦੇਸ਼ ਦਿੰਦੀ ਹੈ। ਰਾਮ ਨਾਮ ਜੋ ਜਨ ਜਪੈ ਅੰਧ ਨੂੰ ਸਦ ਜਾਗੈ। ਤੰਤ ਮੰਤ, ਆ ਲਿਖਿਆ ਤੰਤ ਮੰਤ, ਕੋਈ ਮੰਤਰ ਕੋਈ ਤੰਤਰ ਨਾ ਜੋ ਹੋਈ ਉਹਦੇ ਵੱਲ ਦੇਖ ਨਹੀਂ, ਝਾਕ ਨਹੀਂ ਸਕਦਾ। ਤਿਤ ਚਾਖ ਨਾ ਲੱਗੈ। ਚਾਖ ਦਾ ਮਤਲਬ ਬੁਰੀ ਨਜ਼ਰ। ਸੋ ਬਾਣੀ ਦਾ ਉਪਦੇਸ਼ ਤਾਂ ਆ ਆ, ਤੇ ਇੱਥੇ ਕਵੀ ਸੰਤੋਖ ਸਿੰਘ ਇਸ ਬਾਣੀ ਦੇ ਉਪਦੇਸ਼ ਨੂੰ ਪਾਸੇ ਰੱਖ ਕੇ ਇਹ ਟੂਣੇ ਕਰਵਾ ਰਿਹਾ ਵੀ ਟੂਣਾ ਕਰ ਦਿਓ ਤੇ ਬਾਲ ਹਰਗੋਬਿੰਦ ਨੂੰ ਨਜ਼ਰ ਨਹੀਂ ਲੱਗਣੀ। ਸੋ ਇਸ ਪੰਕਤੀ ਦਾ ਅਰਥ ਬਣ ਗਿਆ, ਜੇ ਭਾਈ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਉਹ ਹਰ ਵੇਲੇ ਸਦਾ ਮੋਹ ਮਾਇਆ ਵੱਲੋਂ ਸੁਚੇਤ ਰਹਿੰਦਾ ਹੈ। ਕੋਈ ਜਾਦੂ ਟੂਣਾ ਉਸ ਉੱਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ। ਉਹ ਮਾਤਾ ਜੀ ਆਪ ਜਿਹੜੇ ਰੱਬ ਨਾਲ ਜੁੜੇ ਹੋਏ ਆ, ਗੁਰੂ ਦੀ ਬਾਣੀ ਨਾਲ ਜੁੜੇ ਹੋਏ ਆ, ਤੇ ਉਹ ਆਪਣੇ ਬੱਚੇ ਨੂੰ ਟੂਣੇ ਇੱਦਾਂ ਕਰ ਕਰਕੇ ਗਲ 'ਚ ਉਹਦੇ ਪਾਉਣ ਤਵੀਤ, ਤਾਂ ਇਹ ਕਿੱਥੋਂ ਦੀ ਇਹ ਕਵੀ ਦੀ ਜਿਹੜੀ ਆ ਇਹ ਸੋਚ ਹੈ, ਸਿਆਣਪ ਆ। ਸੋ ਵਿਚਾਰ ਕੀ ਇਹ ਨਾ ਮੰਨ ਲਿਆ ਜਾਵੇ ਕਿ ਕਵੀ ਸੰਤੋਖ ਸਿੰਘ ਨੂੰ ਗੁਰਬਾਣੀ ਦੀ ਕੋਈ ਸੂਝ ਨਹੀਂ ਸੀ, ਜਿਸ ਕਰਕੇ ਉਹ ਹਿੰਦੂ ਮਤ ਅਤੇ ਕਰਾਮਾਤਾਂ ਨੂੰ ਹੀ ਸਿੱਖ ਇਤਿਹਾਸ ਦਾ ਹਿੱਸਾ ਬਣਾ ਰਿਹਾ ਹੈ। ਅੱਗੇ ਨੰਬਰ 4, ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸਰੀਰ ਧਾਰਨ ਕੀਤਾ। ਹੁਣ ਅੱਗੇ ਸੱਪ ਦੀ ਕਹਾਣੀ ਵੀ ਇੱਕ ਆਉਂਦੀ ਹੈ ਜਿਹੜੀ ਬਾਲ ਹਰਗੋਬਿੰਦ ਨਾਲ ਜੋੜੀ ਹੈ। ਇਹਨੂੰ ਵੀ
ਬਹੁਤ ਸਾਰੇ ਸੱਜਣ ਸਟੇਜ ਉੱਤੋਂ ਸੁਣਾਉਂਦੇ ਹਨ ਤੇ ਕਵੀ ਨੇ ਇਹ ਕਹਾਣੀ ਘੜੀ ਆ। ਇਹ ਕਹਾਣੀ ਕੀ ਹੈ ਇਹ ਵੀ ਦੇਖਦੇ ਹਾਂ। ਅੰਸ਼ ਨੰਬਰ 9 ਵਿੱਚ ਇਹ ਕਹਾਣੀ ਦਰਜ ਹੈ, ਉੱਥੋਂ ਪੜ੍ਹੀ ਜਾ ਸਕਦੀ ਹੈ। ਕਵੀ ਲਿਖਦਾ ਹੈ ਕਿ ਜਦੋਂ ਬਾਲ ਹਰਗੋਬਿੰਦ ਨੂੰ ਮਾਰਨ ਲਈ ਭਾਈ ਪ੍ਰਿਥੀ ਚੰਦ ਦੇ ਭੇਜੇ ਸਪੇਰੇ ਨੇ ਸੱਪ ਛੱਡਿਆ ਤਾਂ 2 ਸਾਲਾਂ ਦੇ ਬਾਲ ਹਰਗੋਬਿੰਦ ਨੇ ਸੱਪ ਦੀ ਸਿਰੀ ਮਿੱਧ ਕੇ ਉਸ ਨੂੰ ਮਾਰ ਦਿੱਤਾ। 2 ਸਾਲਾਂ ਦਾ ਬਾਲ ਹੈ ਤੇ ਐਡਾ ਬੜਾ ਸੱਪ ਹੈ, ਉਹਦੀ ਸਿਰ ਦੀ ਸਿਰੀ ਮਿੱਧ ਦਿੱਤੀ ਤੇ ਮਾਰ ਦਿੱਤਾ। ਇਹ ਕਵੀ ਲਿਖ ਰਿਹਾ। ਸੱਪ ਨੇ ਮੰਨ ਲਓ ਮਾਰ ਦਿੱਤਾ, ਸੱਪ ਨੇ ਸਰੀਰ ਧਾਰ ਲਿਆ। ਆਹ ਦੇਖੋ, ਸੱਪ ਮਾਰ ਦਿੱਤਾ। ਬਾਲ ਹਰਗੋਬਿੰਦ ਨੇ 2 ਸਾਲ ਦੀ ਉਮਰ ਸੀ, ਸਿਰ ਦੇ ਉੱਤੇ ਪੈਰ ਮਾਰੇ ਜਾਂ ਕੁਝ ਮਾਰਿਆ ਤਾਂ ਸੱਪ ਨੇ ਸਰੀਰ ਧਾਰ ਲਿਆ। 2 ਸਾਲ ਦਾ ਬੱਚਾ ਤੋਂ ਹੀ ਬੜਾ ਡਰਦਾ ਹੁੰਦਾ ਇੱਦਾਂ ਦੀਆਂ ਚੀਜ਼ਾਂ ਕੋਲੋਂ, ਤੇ ਇੱਥੇ ਸੱਪ ਨੂੰ ਮਾਰਤਾ। ਚਲੋ ਜੋ ਸੱਪ ਮਾਰ ਦਿੱਤਾ ਮੰਨ ਲਿਆ, ਤੇ ਫਿਰ ਸੱਪ ਕਿੱਥੇ ਗਿਆ? ਸੱਪ ਨੇ ਸਰੀਰ ਧਾਰ ਲਿਆ। ਸੁਣ ਲਓ ਕਹਾਣੀ, ਸੱਪ ਨੇ ਸਰੀਰ ਧਾਰ ਲਿਆ। ਇਹ ਤਾਂ ਕੋਈ ਸੁਣਾਉਂਦਾ ਨਹੀਂ ਵੀ ਸੱਪ ਨੇ ਸਰੀਰ ਧਾਰ ਲਿਆ, ਕਿਉਂਕਿ ਸੱਪ ਛੱਡਿਆ ਸੀ ਤੇ ਉਹ ਬਾਲ ਹਰਗੋਬਿੰਦ ਬਚ ਗਏ ਤੇ ਸੱਪ ਜਿਹੜਾ ਮਰ ਗਿਆ। ਕਵੀ ਅਨੁਸਾਰ ਗੁਰੂ ਜੀ ਦੇ ਪੁੱਛਣ ਤੇ ਸੱਪ ਨੇ ਦੱਸਿਆ। ਹੁਣ ਸੱਪ ਜਦੋਂ ਮਰ ਗਿਆ ਤੇ ਕਵੀ ਕਹਿੰਦਾ ਆ ਗੁਰੂ ਜੀ ਨੇ ਸੱਪ ਨਾਲ ਗੱਲਾਂ ਕੀਤੀਆਂ। ਹੁਣ ਕਵੀ ਉੱਥੇ ਬੈਠਾ ਸੀ ਕੋਲ, ਵੀ ਜਿਹੜਾ ਗੁਰੂ ਜੀ ਦੀਆਂ ਗੱਲਾਂ ਜਿਹੜੀਆਂ ਕਵੀ ਨੇ ਸੁਣ ਕੇ ਦਰਜ ਕਰ ਦਿੱਤੀਆਂ ਇੱਥੇ। ਤੇ ਗੁਰੂ ਜੀ ਦੇ ਪੁੱਛਣ ਤੇ ਸੱਪ ਨੇ ਕੀ ਦੱਸਿਆ? ਕਹਿੰਦਾ ਪਿਛਲੇ ਜਨਮ ਵਿੱਚ ਮੈਂ ਤਪਸਵੀ ਸੀ, ਤਪਸਵੀ ਹੋਣ ਦਾ ਉਸ ਨੂੰ ਹੰਕਾਰ ਹੋ ਗਿਆ। ਸੱਪ ਕਹਿੰਦਾ ਨੇ ਸੱਪ ਨੇ ਜਿਹੜਾ ਸਰੀਰ ਧਾਰ ਲਿਆ, ਉਹਨੂੰ ਸਰੀਰ ਧਾਰ ਲਿਆ ਮਾਨੇ ਮਤਲਬ ਮਨੁੱਖ ਜਨਮ ਵਿੱਚ ਆ ਗਿਆ। ਮੰਨ ਲਓ ਸਰੀਰ ਧਾਰ ਲਿਆ, ਸੱਪ ਨਹੀਂ ਰਹਿ ਗਿਆ, ਤੇ ਗੁਰੂ ਜੀ ਉਹਨਾਂ ਗੱਲਾਂ ਕਰਨ ਲੱਗ ਪਏ। ਜਿਸ ਕਰਕੇ ਨਾਰਦ ਦੇ ਆਉਣ ਤੇ ਮੈਂ ਉਸ ਦਾ ਆਦਰ ਨਹੀਂ ਕੀਤਾ। ਆ ਸੁਣ ਲਈ ਗੱਲ। ਪਹਿਲੀ ਕਹਾਣੀ ਵਿੱਚ ਸੀ ਕਿ ਬ੍ਰਹਸਪਤੀ ਉੱਥੇ ਗੁਰੂ ਆ ਗਿਆ ਤੇ ਉਹ ਦਾਈ ਕਹਿੰਦੀ ਮੈਂ ਉਹਦਾ ਆਦਰ ਨਾ ਕਰ ਸਕੀ ਤੇ ਮੈਨੂੰ ਸ਼ਰਾਪ ਦੇ ਦਿੱਤਾ। ਇਹ ਕਹਾਣੀ ਇੱਥੇ ਘੜ ਲਈ ਕਿ ਸੱਪ ਨੇ ਜਿਹੜਾ ਸਰੀਰ ਧਾਰਿਆ ਸੀ ਉਹ ਕਹਿਣ ਲੱਗਾ ਕਿ ਮੈਂ ਤਪਸਵੀ ਤਾਂ ਸੀਗਾ ਪਰ ਮੈਨੂੰ ਹੰਕਾਰ ਹੋ ਗਿਆ, ਤੇ ਜਦੋਂ ਨਾਰਦ ਮੇਰੇ ਕੋਲ ਆਇਆ, ਨਾਰਦ ਮੁਨੀ ਮੇਰੇ ਕੋਲ ਆਇਆ ਤਾਂ ਮੈਂ ਉਹਦਾ ਆਦਰ ਨਹੀਂ ਕੀਤਾ, ਆਪਣੇ ਮਾਣ 'ਚ ਆ ਗਿਆ, ਅਤੇ ਮੈਨੂੰ ਨਾਰਦ ਨੇ ਸੱਪ ਦੀ ਜੂਨ ਪੈ ਜਾਣ ਦਾ ਸ਼ਰਾਪ ਦੇ ਦਿੱਤਾ। ਆ ਗਏ ਨਾ ਗੱਲ, ਇਹ ਮੁੜ ਕੇ ਫਿਰ ਗੱਲ ਇੱਥੇ ਆ ਗਈ, ਸ਼ਰਾਪ ਦੀ ਗੱਲ ਆ ਗਈ। ਉਧਰ ਦਾਈ ਨੂੰ ਸ਼ਰਾਪ ਮਿਲ ਗਿਆ ਬ੍ਰਹਸਪਤੀ ਵੱਲੋਂ, ਇੱਧਰ ਜਿਹੜਾ ਸੱਪ ਸੀ ਇਹਨੇ ਦੇਹ ਧਾਰ ਲਈ, ਇਹਨੂੰ ਸ਼ਰਾਪ ਦੇ ਦਿੱਤਾ ਨਾਰਦ ਨੇ। ਤੇ ਨਾਲ ਹੀ ਕੀ ਕਹਿ ਦਿੱਤਾ, ਤੋ ਉਹ ਜਿਹੜਾ ਦੇਹ ਧਾਰੀ ਸੱਪ ਆ, ਦੇਹ ਧਾਰੀ ਆ, ਇਹਨੇ ਇਹ ਹੁਣ ਗੁਰੂ ਜੀ ਨਾਲ ਗੱਲਾਂ, ਕਵੀ ਇਸ ਦੀਆਂ ਗੱਲਾਂ ਗੁਰੂ ਜੀ ਨਾਲ ਕਰਵਾ ਰਿਹਾ ਆ ਕਿ ਬਾਲ ਹਰਗੋਬਿੰਦ ਹੱਥੋਂ ਤੇਰੀ ਮੁਕਤੀ ਹੋਵੇਗੀ। ਬਿਲਕੁਲ ਉਹੀ ਕਹਾਣੀ ਘੜ ਲੈ ਨਾ। ਦਾਈ ਨੂੰ ਵੀ ਇਹ ਕਿਹਾ ਵੀ ਬਾਲ ਹਰਗੋਬਿੰਦ ਹੱਥੋਂ ਤੇਰੀ ਮੁਕਤੀ ਹੋਊਗੀ, ਤੇ ਇੱਥੇ ਇਹਨੂੰ ਜਿਹੜਾ ਸੱਪ ਸੀ ਇਹਨੂੰ ਵੀ ਇਹ ਕਹਿਤਾ ਵੀ ਤੇਰੀ ਮੁਕਤੀ ਜਿਹੜੀ ਆ ਬਾਲ ਹਰਗੋਬਿੰਦ ਹੱਥੋਂ ਹੋਏਗੀ। ਕਵੀ ਅਨੁਸਾਰ ਸੱਪ ਨੂੰ ਬਾਹਰ ਦੱਬ ਦਿੱਤਾ ਗਿਆ। ਹੁਣ ਦੇਖੋ, ਇੱਕ ਪਾਸੇ ਕਵੀ ਕਹਿੰਦਾ ਉਹਨੇ ਦੇਹ ਧਾਰ ਲਈ, ਸੱਪ ਮਰ ਗਿਆ ਤਾਂ ਉਹਨੇ ਦੇਹ ਧਾਰ ਲਈ, ਸੱਪ ਨੂੰ ਮਾਰਤਾ, ਸਿਰੀ ਭੰਨ ਦਿੱਤੀ। ਬਾਲ ਹਰਗੋਬਿੰਦ ਨੇ 2 ਸਾਲ ਦੀ ਉਮਰ ਸੀ, ਮਰ ਗਿਆ ਤਾਂ ਦੇਹ ਧਾਰ ਲਈ। ਹੁਣ ਦੇਹ ਧਾਰ ਲਈ ਤਾਂ ਗੁਰੂ ਜੀ ਨੇ ਸਵਾਲ ਕੀਤਾ, ਕਵੀ ਕਹਿੰਦਾ, ਤੇ ਸੱਪ ਨੇ ਕਹਾਣੀ ਦੱਸੀ ਵੀ ਮੈਂ ਸੱਪ ਕਿੱਦਾਂ ਬਣਿਆ। ਹੁਣ ਕਵੀ ਨਾਲ ਇਹ ਵੀ ਕਹਿੰਦਾ ਕਿ ਸੱਪ ਨੂੰ ਬਾਹਰ ਦੱਬ ਦਿੱਤਾ ਗਿਆ। ਇਹਦਾ ਮਤਲਬ ਦੇਹ ਧਾਰ ਕੇ ਉਹ ਦੇਹ ਫੇਨੇ ਨੇ ਪਲਟ ਲਈ, ਫੇਰ ਸੱਪ ਬਣ ਗਿਆ। ਇਹਦਾ ਮਤਲਬ ਇਹੀ ਹੋਇਆ, ਜਾਂ ਤਾਂ ਜਿਹੜੀ ਦੇਹ ਧਾਰੀ ਸੀ ਉਹਨੂੰ ਲੈ ਕੇ ਜਾਂਦੇ ਬਾਹਰ ਨੂੰ ਦੱਬਣ ਵਾਸਤੇ, ਦਫਨਾਉਣ ਵਾਸਤੇ, ਕੁਛ ਕਰਨ ਵਾਸਤੇ, ਤੇ ਇੱਥੇ ਕਵੀ ਕਹਿੰਦਾ ਫਿਰ ਸੱਪ ਨੂੰ ਕਿ ਦੱਬ ਦਿੱਤਾ ਗਿਆ। ਇਹਦਾ ਮਤਲਬ ਸੱਪ ਨੇ ਦੇਹ ਧਾਰੀ ਹੋਊਗੀ। ਦੇਹ ਧਾਰੀ ਤੋਂ ਬਾਅਦ ਦੇਹ ਧਾਰੀ ਜਦੋਂ ਗੱਲਾਂ ਕਰਦਾ ਰਿਹਾ, ਦੇਹ ਧਾਰ ਕੇ ਮੁੜ ਕੇ ਫੇਰ ਸੱਪ ਬਣ ਗਿਆ, ਮਰਿਆ ਸੱਪ ਫੇਰ ਬਣ ਗਿਆ। ਇਹ ਗੱਲਾਂ ਆ ਸੂਰਯ ਪ੍ਰਕਾਸ਼ ਦੀਆਂ। ਸੋਚਣ ਵਾਲੀ ਗੱਲ ਹੈ ਕਿ ਸਪੇਰੇ ਨੂੰ ਅੰਦਰ ਜਾਣ ਦੀ ਆਗਿਆ ਪਹਿਲਾਂ ਕਿਸ ਨੇ ਦਿੱਤੀ? ਸਪੇਰਾ ਜਿਹੜਾ ਆ ਉਹ ਸੱਪ ਲੈ ਕੇ ਗਿਆ ਤਾਂ ਸਿੱਧਾ ਅੰਦਰ ਕਿੱਦਾਂ ਵੜ ਗਿਆ? ਇਹ
ਬਾਲ ਹਰਗੋਬਿੰਦ ਦੇ ਕੋਲ ਪਹੁੰਚ ਗਿਆ। ਬਾਲ ਹਰਗੋਬਿੰਦ ਨੂੰ ਆ ਗਿਆ ਵੀ ਤਾਂ ਸੱਪ ਆ। 2 ਸਾਲ ਦਾ ਬੱਚਾ ਸਮਝ ਗਿਆ ਵੀ ਸੱਪ ਆ ਤੇ ਉਹਨੇ ਮਾਰਿਆ। ਇਹਦਾ ਮਤਲਬ ਇਹ ਹੈ ਕਿ ਉੱਥੇ ਬਾਲ ਹਰਗੋਬਿੰਦ ਦੀ ਰੱਖਿਆ ਵਾਸਤੇ ਜਾਂ ਉਹਦੇ ਕੋਲ ਉਸ ਵੇਲੇ ਕੋਈ ਨਹੀਂ ਸੀ, ਉਹਨੂੰ ਉੱਦਾਂ ਸੁਈਆਂ ਹੀ ਛੱਡਿਆ ਸੀ। ਦਾਈ ਵਾਲੀ ਕਹਾਣੀ ਵੀ ਇਹ ਕਹਿੰਦੀ ਹੈ ਤੇ ਸੱਪ ਵਾਲੀ ਕਹਾਣੀ ਵੀ ਇਹ ਕਹਿੰਦੀ ਆ। ਇਹ ਮਤਲਬ ਨਾ ਉਸੇ ਗੁਰੂ ਪਾਤਸ਼ਾਹ ਸਨ, ਨਾ ਉੱਥੇ ਮਾਤਾ ਗੰਗਾ ਜੀ ਸਨ, ਨਾ ਹੋਰ ਕੋਈ ਸੇਵਕੀ ਜਾਂ ਦਾਸੀ ਸੀ, ਉੱਥੇ ਕੁਛ ਵੀ ਨਹੀਂ ਸੀ। ਇਕੱਲਾ ਹੀ ਬਾਲ ਹਰਗੋਬਿੰਦ ਉੱਥੇ ਸੀ, ਸਿੱਧਾ ਹੀ ਉੱਥੇ ਪਹੁੰਚ ਗਿਆ। ਤੋ ਕਿਸੇ ਦੇ ਘਰ ਜਾਣਾ ਜਿਹੜਾ ਬਿਨਾਂ ਪੁੱਛੇ ਦੱਸੇ ਤੋਂ ਕੋਈ ਓਪਰਾ ਬੰਦਾ ਵੜ ਸਕਦਾ? ਇਹ ਓਪਰਾ ਬੰਦਾ ਸੱਪ ਲੈ ਕੇ ਜਿਹੜਾ ਸਿੱਧਾ ਹੀ ਚਲਾ ਗਿਆ ਅੰਦਰ। ਇਹ ਕਹਾਣੀ ਜਿਹੜੀ ਆ ਇਹਦਾ ਨਾ ਕੋਈ ਸਿਰ ਨਾ ਕੋਈ ਪੈਰ ਜਾਪਦਾ। ਤੋ ਸੱਪ ਸਪੇਰੇ ਨੂੰ ਕਿਹਨੇ ਕਿਹਾ ਤੂੰ ਜਿਹੜਾ ਆ ਉਹ ਅੰਦਰ ਜਾ ਜਾਂ ਕੁਛ ਕਰ? ਸਪੇਰਾ ਜਿਹੜਾ ਆ ਉਹਦੀ ਮਨਸ਼ਾ ਕਿਉਂ ਨਹੀਂ ਕਿਸੇ ਨੇ ਪੁੱਛੀ ਵੀ ਤੂੰ ਕੀ ਕਰਨ ਆਇਆ ਇੱਥੇ, ਤੇਰਾ ਕੀ ਮਕਸਦ ਇੱਥੇ ਆਉਣ ਦਾ ਹੈ? ਉਹ ਕਿੱਦਾਂ ਸਿੱਧਾ ਅੰਦਰ ਚਲਾ ਗਿਆ? ਫਿਰ ਕੀ ਗੁਰੂ ਜੀ ਸਭ ਕੁਝ ਨਹੀਂ ਸਮਝਦੇ ਸਨ? ਗੁਰੂ ਜੀ ਤੋਂ ਸੱਪ ਤੋਂ ਬਣੇ ਮਨੁੱਖ ਨਾਲ ਗੱਲਾਂ ਕਰਾਈਆਂ ਗਈਆਂ ਕਵੀ ਵੱਲੋਂ। ਕਵੀ ਨੇ ਗੁਰੂ ਜੀ ਨੂੰ ਵੀ ਕਰਾਮਾਤੀ ਕਹਾਣੀਆਂ ਵਿੱਚ ਉਲਝਾ ਦਿੱਤਾ। ਸੱਪ ਨਾਲ ਗੱਲਾਂ ਕਰਨ ਲੱਗ ਪਏ, ਦੇਹਧਾਰੀ ਬਣ ਗਿਆ। ਸੋ ਇਸ ਤਰ੍ਹਾਂ ਪਿਆਰੋ ਇਹ ਕਹਾਣੀ ਤੁਹਾਨੂੰ ਕੀ ਲੱਗਦੀ ਹੈ ਕਿ ਸਿੱਧਾ ਜਿਹੜਾ ਓਪਰਾ ਬੰਦਾ ਕਿਸੇ ਦੇ ਘਰ ਵਿੱਚ ਕਿੱਦਾਂ ਵੜ ਸਕਦਾ ਹੈ? ਤੇ ਛੋਟਾ ਜਿਹਾ ਬੱਚਾ ਘਰ ਵਿੱਚ ਹੋਵੇ, ਉਹਨੂੰ ਖੁੱਲ੍ਹਾ ਛੱਡ ਕੇ, ਇਕੱਲਾ ਛੱਡ ਕੇ ਕਿਵੇਂ ਕੋਈ ਦੂਰ ਜਾ ਸਕਦਾ ਉਹਦੇ ਕੋਲ? ਘਰ ਵਿੱਚ ਕੰਮਕਾਰ ਤਾਂ ਬੀਬੀਆਂ ਕਰ ਸਕਦੀਆਂ, ਬੱਚਾ ਘਰ ਵਿੱਚ ਖੇਡਦਾ ਆ, ਤੇ ਇਹ ਤਾਂ ਨਹੀਂ ਵੀ ਉਹ ਛੱਡ ਕੇ ਕਿਤੇ ਗੁਆਂਢ ਚਲੇ ਜਾਣ ਜਾਂ ਕਿਤੇ ਦੂਰ ਨਿਕਲ ਜਾਣ, ਬੱਚਾ ਘਰੇ ਇਕੱਲਾ ਹੋਵੇ। ਇਹ ਕਹਾਣੀ ਜਿਹੜੀ ਇਹਦਾ ਕੋਈ ਸਿਰ ਮੂੰਹ ਨਹੀਂ ਹੈ। ਇਹ ਸਿਰਫ ਬ੍ਰਾਹਮਣਵਾਦੀ ਗੱਲਾਂ, ਕਰਾਮਾਤੀ ਗੱਲਾਂ ਜਿਹੜੀਆਂ ਉਹ ਸਿੱਖੀ ਵਿੱਚ ਘੁਸੋੜੀਆਂ ਗਈਆਂ ਹਨ। ਅੱਗੇ ਨੰਬਰ 5, ਦੇਵਤੇ ਦਰਸ਼ਨ ਕਰਨ ਆਏ। ਹੁਣ ਕਵੀ ਕਹਿੰਦਾ ਉੱਥੇ ਦੇਵਤੇ ਦਰਸ਼ਨ ਕਰਨ ਵੀ ਆਏ ਆ। ਇਹ ਕਹਾਣੀ ਕੋਈ ਨਹੀਂ ਸੁਣਾਉਂਦਾ। ਆਹ ਸੱਪ ਵਾਲੀ ਸੁਣਾਉਂਦੇ ਆ ਤੇ ਦਾਈ ਵਾਲੀ ਸੁਣਾਉਂਦੇ ਆ, ਉਹ ਵੀ ਅਧੂਰੀਆਂ ਸੁਣਾਉਂਦੇ ਆ। ਦੇਵਤੇ ਦਰਸ਼ਨ ਕਰਨ ਆਏ ਪਰ ਚੋਰ ਸਮਝੇ ਗਏ। ਕਵੀ ਕਹਿੰਦਾ ਉੱਥੇ ਬਾਲ ਹਰਗੋਬਿੰਦ ਦੇ ਦਰਸ਼ਨ ਕਰਨ ਲਈ ਦੇਵਤੇ ਆਏ ਸਵਰਗ ਤੋਂ, ਪਰ ਉਹਨਾਂ ਨੂੰ ਚੋਰ ਸਮਝ ਲਿਆ ਗਿਆ। ਦੇਖੋ ਇਹ ਅੰਸ਼ ਨੰਬਰ 10 ਆ, ਉਹਦੇ ਵਿੱਚ ਇਹ ਕਹਾਣੀ ਲਿਖੀ ਹੋਈ ਮਿਲਦੀ ਹੈ। ਕਵੀ ਲਿਖਦਾ ਹੈ ਕਿ ਇੱਕ ਰਾਤ ਨੂੰ ਬਡਾਲੀ ਵਿੱਚ ਬਾਲ ਹਰਗੋਬਿੰਦ ਦੇ ਦਰਸ਼ਨ ਕਰਨ ਲਈ ਸਾਰੇ ਦੇਵਤੇ ਆ ਗਏ। ਸਾਰੇ ਦੇਵਤੇ ਆ ਗਏ। ਹੁਣ ਦੇਵਤਿਆਂ ਨੂੰ ਇਹਨੇ ਦੇਹਧਾਰੀ ਬਣਾ ਕੇ ਉੱਥੇ ਹਾਜ਼ਰ ਕਰ ਦਿੱਤਾ। ਸਾਰੇ ਦੇਵਤੇ ਦੇਹ ਧਾਰ ਲਈ ਤੇ ਉੱਥੇ ਹਾਜ਼ਰ ਕਰਤਾ ਸਾਰੇ ਦੇਵਤਿਆਂ ਨੂੰ। ਬੱਲੇ ਫਿਰ ਕੀ ਹੋਇਆ? ਮਾਤਾ ਗੰਗਾ ਜੀ ਨੂੰ ਪਤਾ ਹੀ ਨਾ ਲੱਗਿਆ ਕਿ ਇਹ ਦੇਵਤੇ ਹਨ। ਕਵੀ ਕਹਿੰਦਾ ਦੇਵਤੇ ਆ ਗਏ ਦਰਸ਼ਨ ਕਰਨ ਵਾਸਤੇ, ਦੇਹ ਧਾਰ ਕੇ ਆ ਗਏ, ਤੇ ਮਾਤਾ ਗੰਗਾ ਜੀ ਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਦੇਵਤੇ ਆ। ਅਤੇ ਫਿਰ ਉਹਨਾਂ ਨੇ ਚੋਰ ਹੋਣ ਦਾ ਰੌਲਾ ਪਾ ਕੇ ਦਾਸੀਆਂ ਨੂੰ ਜਗਾ ਦਿੱਤਾ। ਤਾਂ ਕਿੰਨੀ ਨਰਾਦਰੀ ਕੀਤੀ ਗਈ ਹੈ ਮਾਤਾ ਜੀ ਦੀ। ਤੇ ਉਹਨਾਂ ਨੂੰ ਕਹਿੰਦਾ ਪਤਾ ਨਹੀਂ ਲੱਗਦਾ ਵੀ ਇਹ ਦੇਵਤੇ ਆ, ਕੌਣ ਹੈ ਇਹ? ਤਾਂ ਉਹਨਾਂ ਨੇ ਚੋਰ ਸਮਝ ਲਿਆ ਦੇਵਤਿਆਂ ਨੂੰ, ਤੇ ਰੌਲਾ ਪਾਤਾ ਚੋਰ 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 ਕਹਿ ਕੇ, ਤੇ ਦਾਸੀਆਂ ਨੂੰ ਜਗਾ ਦਿੱਤਾ। ਹੁਣ ਕਵੀ ਇੱਕ ਪਾਸੇ ਕਹਿੰਦਾ ਵੀ ਦਾਈ ਸਿੱਧੀ ਘਰ ਪਹੁੰਚ ਗਈ, ਸਿੱਧੀ ਬਾਲ ਕੋਲ ਜਾ ਕੇ ਦੁੱਧ ਚੁਗਾਉਣ ਦਾ ਕੋਸ਼ਿਸ਼ ਕਰਨ ਲੱਗ ਪਈ। ਦੂਜੇ ਪਾਸੇ ਕਵੀ ਕਹਿੰਦਾ ਸਪੇਰਾ ਜਿਹੜਾ ਉਹ ਸਿੱਧਾ ਹੀ ਅੰਦਰ ਜਾ ਵੜਿਆ। ਤੇ ਹੁਣ ਕਵੀ ਕਹਿੰਦਾ ਆ ਕਿ ਦਾਸੀਆਂ ਵੀ ਇਹ ਘਰ ਵਿੱਚ ਦਾਸੀਆਂ ਵੀ ਰੱਖੀਆਂ ਹੋਈਆਂ, ਤੇ ਗੁਰੂ ਘਰ ਹੋਵੇ ਉੱਥੇ ਸੇਵਕ ਜਾਂ ਦਾਸੀਆਂ ਨਾ ਹੋਣ, ਇਹ ਕੋਈ ਗੱਲ ਜੱਜਦੀ ਆ? ਹੁਣ ਕਵੀ ਆਪ ਹੀ ਕਹਿੰਦਾ ਦਾਸੀਆਂ ਨੂੰ ਜਗਾਤਾ। ਹੁਣ ਜਦੋਂ ਸੱਪ ਲੈ ਕੇ ਸਪੇਰਾ ਵੜਿਆ, ਉਦੋਂ ਦਾਸੀਆਂ ਕਿੱਥੇ ਚਲੀਆਂ ਗਈਆਂ?
ਜਦੋਂ ਦਾਈ ਜਿਹੜੀ ਆ ਉਹ ਦੁੱਧ ਪਿਲਾਉਣ ਲੱਗ ਪਈ, ਸਿੱਧੀ ਜਾ ਕੇ ਝੁਗਾਉਣ ਦਾ ਕੋਸ਼ਿਸ਼ ਕਰਨ ਲੱਗ ਪਈ ਦੁੱਧ, ਤਾਂ ਉਦੋਂ ਦਾਸੀਆਂ ਕਿੱਥੇ ਚਲੇ ਗਈਆਂ? ਕਿ ਉਹ ਦਾਸੀਆਂ ਵੀ ਨਾਲ ਰਲ ਗਈਆਂ ਵੀ ਤੂੰ ਦੁੱਧ ਦੇ ਲਾ? ਕਿ ਦਾਸੀਆਂ ਜਿਹੜੀਆਂ ਉਹ ਨਾਲ ਰਲ ਗਈਆਂ? ਤੋ ਇਹ ਗੱਲਾਂ ਜਿਹੜੀਆਂ ਲਿਖ ਦਿੱਤੀਆਂ, ਇਹਨਾਂ ਦਾ ਕੋਈ ਨਾ ਸਿਰ ਹੈ ਤੇ ਨਾ ਮੂੰਹ, ਕੋਈ ਸਿਰ ਪੈਰ ਨਹੀਂ। ਆਖਿਰ ਦਾਸੀਆਂ ਨੂੰ ਜਗਾਤਾ ਮਾਤਾ ਜੀ ਨੇ, ਰੌਲਾ ਪਾਤਾ ਚੋਰ ਆ ਗਏ। ਗੱਪ ਕਹਾਣੀ ਅਨੁਸਾਰ ਤਾਂ 33 ਕਰੋੜ ਦੇਵੀ ਦੇਵਤਿਆਂ ਦਾ, ਦੇਵਤੇ ਕਿੰਨੇ ਆ? 33 ਕਰੋੜ ਹੈ। ਤੇ ਕਵੀ ਕਹਿੰਦਾ ਸਾਰੇ ਹੀ ਆ ਗਏ ਦੇਵੀ ਦੇਵਤੇ। ਹੁਣ ਜੇ 33 ਕਰੋੜ ਦੇਵੀ ਦੇਵਤੇ ਆ, ਉਹ ਘਰ ਵਿੱਚ ਕਿੱਦਾਂ ਵੜ ਗਏ 33 ਕਰੋੜ? 33 ਕਰੋੜ ਦੇਵਤਿਆਂ ਦਾ ਘਰ ਵਿੱਚ ਪਹੁੰਚਣਾ, ਫਿਰ ਉਹਨਾਂ ਦੀਆਂ ਸ਼ਕਲਾਂ ਦਿਸਣੀਆਂ ਮਾਤਾ ਜੀ ਨੂੰ ਕਿ ਚੋਰ ਆ, ਤੇ 33 ਕਰੋੜ ਜਿਹੜੇ ਆ ਉਹ ਵੜ ਕਿੱਦਾਂ ਗਏ ਅੰਦਰ? ਦੇਵਤੇ, ਸਾਰੇ ਦੇਵਤੇ ਆ ਗਏ ਜਿਹੜੇ 33 ਕਰੋੜ, ਉਹਨਾਂ ਦਾ ਅੰਦਰ ਵੜਨਾ ਕਿੱਦਾਂ ਹੋ ਗਿਆ? 33 ਕਰੋੜ ਕਿੱਥੇ ਖੜੇ ਹੋ ਗਏ ਅੰਦਰ ਜਾ ਕੇ? ਕਿੱਡਾ ਕੋ ਮਕਾਨ ਹੋਊਗਾ ਜਿੱਥੇ 33 ਕਰੋੜ ਦੇਵਤੇ ਵੜ ਗਏ? ਤੋ 33 ਕਰੋੜ ਦੇਵੀ ਦੇਵਤਿਆਂ ਦਾ ਘਰ ਵਿੱਚ ਪ੍ਰਗਟ ਹੋਣਾ ਉਂਝ ਹੀ ਅਸੰਭਵ ਹੈ। ਹੁਣ ਜੇ ਤਾਂ ਮੰਨ ਲਈਏ ਇਹ ਰੂਹਾਂ ਹੀ ਚਲੀ ਗਈਆਂ, ਤੇ ਫਿਰ ਉਹ ਮਾਤਾ ਗੰਗਾ ਜੀ ਨੂੰ ਕਿਵੇਂ ਪਤਾ ਲੱਗ ਗਿਆ ਤਾਂ ਚੋਰ ਆ? ਰੂਹਾਂ ਤਾਂ ਦਿਸਦੀਆਂ ਹੀ ਨਹੀਂ, ਇਹ ਚੋਰ ਕਿਵੇਂ ਪਤਾ ਲੱਗ ਗਿਆ? ਚੋਰ ਤਾਂ ਹੀ ਪਤਾ ਲੱਗਾ ਵੀ ਦੇਹ ਧਾਰੀ ਆ, ਉਹਨਾਂ ਨੇ ਦੇਹ ਧਾਰ ਲਈ। ਜੋ ਦੇਹ ਧਾਰ ਲਈ ਆ ਤੇ 33 ਕਰੋੜ ਦੇਵੀ ਦੇਵਤੇ ਘਰ 'ਚ ਕਿੱਦਾਂ ਵੜ ਗਏ? ਅਜਿਹੀਆਂ ਗੱਪ ਕਹਾਣੀਆਂ ਨਾਲ ਸਿੱਖ ਇਤਿਹਾਸ ਦਾ ਕੁਝ ਨਹੀਂ ਸੰਵਰਦਾ। ਅੰਸ਼ ਨੰਬਰ 11 ਵਿੱਚ ਗੁਰੂ ਜੀ ਵੱਲੋਂ ਵਡਾਲੀ ਤੋਂ ਅੰਮ੍ਰਿਤਸਰ ਆ ਕੇ ਸਾਰੇ ਪਿੰਡ ਨੂੰ ਫਿਰ ਲੰਗਰ ਛਕਾਉਣ ਲਈ ਕਵੀ ਨੇ ਹਿੰਦੂ ਮਤ ਅਨੁਸਾਰ ਜਗ ਕੀਤਾ ਵੀ ਲਿਖਿਆ ਗਿਆ ਹੈ। ਜਿਵੇਂ ਜਗ ਕਰੀਦਾ ਹੈ ਨਾ, ਇੱਦਾਂ ਫਿਰ ਗੁਰੂ ਪਾਤਸ਼ਾਹ ਕੋਲੋਂ ਕਵੀ ਨੇ ਜਗ ਵੀ ਕਰਵਾ ਦਿੱਤਾ। ਕਿਉਂਕਿ ਜੱਗ ਜਿਹੜੇ ਆ ਹਿੰਦੂ ਮਤ ਵਿੱਚ ਜੱਗ ਹੁੰਦੇ ਸਨ, ਤੇ ਕਵੀ ਨੇ ਕਿਹਾ ਫਿਰ ਗੁਰੂ ਜੀ ਨੇ ਆ ਕੇ ਜੱਗ ਵੀ ਕੀਤਾ। ਸਿੱਖਾਂ ਵਿੱਚ ਤਾਂ ਪ੍ਰਥਾ ਹੈ ਲੰਗਰ ਛਕਾਇਆ, ਤੇ ਇੱਥੇ ਜੱਗ ਕੀਤਾ। ਹਿੰਦੂ ਮਤ ਦੇ ਅਨੁਸਾਰ ਜੱਗ ਬਹੁਤ ਵੱਡਾ ਹੁੰਦਾ ਇੱਕ, ਜਿਹਦੇ ਵਿੱਚ ਸਾਰੇ ਦੇਵੀ ਦੇਵਤੇ ਆਸੇ ਪਾਸੇ ਦੇ ਹਿੰਦੂ ਲੋਕ ਜਿਹੜੇ ਆ ਉਹ ਉਹਨਾਂ ਨੂੰ ਸੱਦਿਆ ਜਾਂਦਾ ਹੈ ਤੇ ਜੱਗ ਕੀਤਾ ਜਾਂਦਾ। ਨੰਬਰ 6 ਤੇ ਚੱਲਦੇ ਹਾਂ। ਭਾਈ ਪ੍ਰਿਥੀ ਚੰਦ ਦੇ ਸਰਾਪ ਨੂੰ ਗੁਰੂ ਜੀ ਰੋਕ ਨਾ ਸਕੇ। ਭਾਈ ਪ੍ਰਿਥੀ ਚੰਦ ਦੇ ਸਰਾਪ ਨੂੰ ਅੰਸ਼ ਨੰਬਰ 12 ਵਿੱਚ ਭਾਈ ਪ੍ਰਿਥੀ ਚੰਦ ਵੱਲੋਂ, ਹੁਣ ਬਾਬਾ ਪ੍ਰਿਥੀ ਚੰਦ ਕਿਉਂ ਨਹੀਂ ਕਹਿੰਦੇ ਇੱਥੇ? ਕਿਉਂਕਿ ਬਾਬਾ ਸ਼ਬਦ ਜਿਹੜਾ ਹੈ ਇਹ ਗੁਰੂ ਪਾਤਸ਼ਾਹ ਵਾਸਤੇ ਰਿਜ਼ਰਵ ਸੀ। ਭਾਈ ਗੁਰਦਾਸ ਨੂੰ ਬਾਬਾ ਨਹੀਂ ਕਿਹਾ ਜਾਂਦਾ, ਹਾਲਾਂਕਿ ਇੰਨੇ ਉਹ ਸਿਆਣੇ ਸਨ, ਇੰਨਾ ਕੁਛ ਲਿਖਿਆ ਵੀ ਉਹਨਾਂ ਦੇ ਨਾਲ ਬਾਬਾ ਨਹੀਂ ਜੋੜਿਆ ਜਾਂਦਾ। ਬਾਬਾ ਕੇਵਲ ਗੁਰੂ ਨਾਲ ਜੁੜਦਾ ਸੀ, ਜਿਵੇਂ ਬਾਬਾ ਨਾਨਕ ਜ਼ਾਹਰ ਪੀਰ ਜਗਤ ਗੁਰ ਬਾਬਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਗੁਰੂ ਬਾਬਾ ਸ਼ਬਦ ਲਿਖਿਆ ਹੋਇਆ। ਬਾਬਾ ਗੁਰੂ ਵਾਸਤੇ ਇਹ ਸ਼ਬਦ ਰੱਖਿਆ ਸੀ, ਇਹ ਤੇ ਵਰਤਿਆ ਜਾਂਦਾ ਸੀ। ਇਸ ਕਰਕੇ ਭਾਈ ਪ੍ਰਿਥੀ ਚੰਦ ਲਿਖਿਆ ਗਿਆ, ਇੱਥੇ ਬਾਬਾ ਨਹੀਂ ਲਿਖਿਆ ਗਿਆ। ਭਾਈ ਪ੍ਰਿਥੀ ਚੰਦ ਵੱਲੋਂ ਬਾਲਕ ਨੂੰ ਸਰਾਪ ਦੇਣ ਅਤੇ ਗੁਰੂ ਪਾਤਸ਼ਾਹ ਵੱਲੋਂ ਦੁਰਗਾ ਪੂਜਾ ਦੀ ਗੱਪ ਕਹਾਣੀ ਵੀ ਇੱਥੇ ਘੜੀ ਗਈ ਹੈ। ਦੇਖੋ ਕੀ ਕਹਾਣੀ ਹੈ। ਕਵੀ ਲਿਖਦਾ ਹੈ ਕਿ 5 ਸਾਲਾਂ ਦੇ ਬਾਲ ਹਰਗੋਬਿੰਦ ਨੂੰ ਭਾਈ ਪ੍ਰਿਥੀ ਚੰਦ ਦੇ ਸਰਾਪ ਨਾਲ ਹੀ ਸ਼ੀਤਲਾ ਨਿਕਲੀ ਸੀ। ਕਰ ਲਓ ਗੱਲ, ਜਿਹੜੀ ਸ਼ੀਤਲਾ ਨਿਕਲੀ ਸੀ ਬਾਲ ਹਰਗੋਬਿੰਦ ਨੂੰ, ਗੁਰੂ ਗ੍ਰੰਥ ਸਾਹਿਬ ਵੀ ਜ਼ਿਕਰ ਹੈ, ਸ਼ੀਤਲਾ ਠਾਕ ਰਹਾਈ, ਸ਼ੀਤਲਾ ਤੇ ਰੱਖਿਆ ਬਿਹਾਰੀ। ਤੇ ਕਵੀ ਕਹਿੰਦਾ ਇਹ ਸ਼ੀਤਲਾ ਜਿਹੜੀ ਆ ਇਹ ਤਾਂ ਪ੍ਰਿਥੀ ਚੰਦ ਦੇ ਸਰਾਪ ਨਾਲ ਹੋਈ ਸੀ। ਗੁਰੂ ਪਾਤਸ਼ਾਹ ਦਾ ਪੁੱਤਰ ਹੈ, ਤੇ ਇਹਦਾ ਮਤਲਬ ਪ੍ਰਿਥੀ ਚੰਦ ਜਿਹੜਾ ਹੈ ਗੁਰੂ ਪਾਤਸ਼ਾਹ ਨਾਲ ਵੀ ਉੱਪਰ ਟੱਪ ਗਿਆ, ਤੇ ਗੁਰੂ ਪਾਤਸ਼ਾਹ ਦੇ ਪੁੱਤਰ ਨੂੰ ਸਰਾਪ ਦੇ ਦਿੱਤਾ ਵੀ ਤੈਨੂੰ ਸ਼ੀਤਲਾ ਨਿਕਲੇ। ਇਹ ਆ ਕਵੀ। ਪਰ ਵਾਰ ਅਤੇ ਸਰਾਪ ਸਿੱਖੀ ਦਾ ਅੰਗ ਨਹੀਂ ਹਨ। ਇਸ ਤਰ੍ਹਾਂ ਲਿਖ ਕੇ ਕਵੀ ਨੇ ਭਾਈ ਪ੍ਰਿਥੀ ਚੰਦ ਨੂੰ ਗੁਰੂ ਜੀ ਤੋਂ ਵੱਡਾ ਦੱਸਣ ਦੀ ਭੁੱਲ ਵੀ
ਕੀਤੀ ਹੈ। ਦੇਖੋ ਸਰਾਪ ਦੇਣ ਦੀ ਇਹ ਗੱਲ ਇੱਦਾਂ ਲਿਖੀ ਹੈ, ਤੇ ਨਿਕਸ ਸੀਤਲਾ ਕਰੇ ਹਾਨ। ਇਹ ਗੱਲ ਜਿਹੜੀ ਹੈ ਇਹ ਪ੍ਰਿਥੀ ਚੰਦ ਤੋਂ ਕਹਾਈ ਗਈ ਆ ਵੀ ਤੇ ਨਿਕਸ ਸੀਤਲਾ ਕਰੇ ਹਾਨ, ਸੀਤਲਾ ਨਿਕਲੇ ਉਹਨੂੰ। ਮਮ ਬਚਨ ਪਤਾ ਅਬ ਲਿਓ ਜਾਨ, ਇਹ ਮੇਰੇ ਬਚਨ ਆ, ਹੁਣ ਸਮਝ ਲਿਓ। ਇਹ 12 ਨੰਬਰ ਤੇ ਆ ਅੰਸ਼ੂ 12 ਤੇ 12 ਨੰਬਰ ਇਹ ਛੰਦ ਹੈ। ਤੇ ਇਹ ਸੀਤਲਾ ਦੀ ਕਹਾਣੀ ਇੱਥੇ ਆ ਕੇ ਮੁੱਕਦੀ ਹੈ ਵੀ ਗੁਰੂ ਜੀ ਦੇ ਪੁੱਤਰ ਨੂੰ ਪ੍ਰਿਥੀ ਚੰਦ ਨੇ ਸ਼ਰਾਪ ਦੇ ਕੇ ਸੀਤਲਾ ਲਾਈ, ਤੇ ਗੁਰੂ ਜੀ ਸ਼ਰਾਪ ਉਸਦਾ ਲਾ ਨਾ ਸਕੇ। ਸ਼ਰਾਪ ਗੁਰੂ ਜੀ ਦੇ ਹੁੰਦਿਆਂ ਵੀ ਲੱਗ ਗਿਆ। ਭਲੇ ਕਵੀ ਸੰਤੋਖ ਸਿੰਘ ਜੀ ਬਲਿਹਾਰੇ। ਨੰਬਰ 7, ਮਾਤਾ ਗੰਗਾ ਜੀ ਤੋਂ ਦੁਰਗਿਆਣੇ ਮੰਦਿਰ ਵਿੱਚ ਪੂਜਾ ਬੇਨਤੀ ਕਰਾਈ ਅਤੇ ਦੁਰਗਾ ਦਾ ਪਾਠ ਵੀ ਪੜਾਇਆ ਗਿਆ। ਮਾਤਾ ਗੰਗਾ ਜੀ ਤੋਂ ਇਹ ਕਵੀ ਨੇ ਇੱਦਾਂ ਵੀ ਲਿਖਿਆ। ਦਸ਼ਮ ਗ੍ਰੰਥ ਦੀਆਂ ਬਹੁਤੀਆਂ ਲਿਖਤਾਂ ਵੀ ਦੁਰਗਾ ਮਾਈ ਦੀ ਪੂਜਾ ਤੇ ਜ਼ੋਰ ਦਿੰਦੀਆਂ ਹਨ, ਤੇ ਕਵੀ ਸੰਤੋਖ ਸਿੰਘ ਵੀ ਗੁਰੂ ਪਰਿਵਾਰ ਤੋਂ ਦੁਰਗਾ ਪੂਜਾ ਕਰਾਉਂਦਾ ਹੋਇਆ ਸਿੱਖੀ ਨੂੰ ਹਿੰਦੂ ਮਤ ਦੀ ਬੁੱਕਲ ਵਿੱਚ ਹੀ ਪਾ ਰਿਹਾ ਹੈ, ਕਿਉਂਕਿ ਉਹਦੇ ਆਲੇ ਦੁਆਲੇ ਇਹ ਪੰਡਤ ਹਨ ਜਿਹੜੇ ਰਾਜੇ ਉਦੈ ਸਿੰਘ ਦੇ ਨੌਕਰ ਹਨ, ਉਹਨਾਂ ਵਿੱਚ ਘਿਰਿਆ ਹੋਇਆ ਹੈ। ਪਤਾ ਨਹੀਂ ਇਹਨੂੰ ਕੀ ਬੂਟੀ ਉਹਨਾਂ ਨੇ ਸੰਘਾ ਦਿੱਤੀ ਵੀ ਤੂੰ ਇੱਦਾਂ ਲਿਖ। ਦੇਖੋ ਕਵੀ ਦੀ ਇਹ ਲਿਖਤ ਜਿਸ ਵਿੱਚ ਗੁਰੂ ਜੀ ਵੀ ਦੁਰਗਿਆਣੇ ਮੰਦਿਰ ਪੰਡਤ ਬਿਠਾਉਂਦੇ ਹਨ। ਗੁਰੂ ਜੀ ਦੁਰਗਿਆਣੇ ਮੰਦਿਰ 'ਚ ਪੰਡਤ ਬਿਠਾਉਂਦੇ ਹਨ। ਇਹ ਕਵੀ ਲਿਖਦਾ, ਗੁਰੂ ਅਰਜਨ ਤਬ ਦਿਜਬਰ ਬੁਲਾਏ, ਤਾਂ ਗੁਰੂ ਅਰਜਨ ਪਾਤਸ਼ਾਹ ਨੇ ਪੰਡਤਾਂ ਨੂੰ ਬੁਲਾ ਲਿਆ, ਦਿਜਬਰ ਬੁਲਾਏ। ਦੁਰਗਾ ਸੋ ਪਾਠ ਪੜਵੋ ਲਗਾਏ, ਬੱਲੇ ਬੱਲੇ ਬੱਲੇ, ਦੁਰਗਾ ਦਾ ਪਾਠ ਜਿਹੜਾ ਪੜਨ ਲਾ ਦਿੱਤਾ। ਕੁਛ ਦੁਰਗਿਆਣੇ ਥਲ ਬਿਠਾਏ, ਸਭ ਧੂਪ ਦੀਪ ਤਿੰਨ ਕੋ ਦਿਵਾਏ। ਹੁਣ ਤੋ ਪਿਆਰੇ ਦਰਸ਼ਕੋ, ਦੁਰਗਿਆਣੇ ਮੰਦਿਰ 'ਚ ਕੌਣ ਜਾਂਦਾ ਆ? ਕਿਹਨਾਂ ਦਾ ਦੁਰਗਿਆਣਾ ਮੰਦਿਰ ਹੈ? ਇਹ ਕਵੀ ਨੇ ਗੁਰੂ ਜੀ ਨੂੰ ਵੀ ਦੁਰਗਿਆਣੇ ਮੰਦਿਰ ਦੇ ਵੱਸ ਕਰ ਦਿੱਤਾ। ਕਵੀ ਨੇ ਮਾਤਾ ਜੀ ਨੂੰ ਵੀ ਦੁਰਗਿਆਣੇ ਮੰਦਿਰ ਭੇਜ ਦਿੱਤਾ, ਦੁਰਗਾ ਦਾ ਪਾਠ ਵੀ ਪੜ੍ਹਾ ਦਿੱਤਾ। ਦੁਰਗਾ ਸੋ ਪਾਠ ਪੜ੍ਹਬੋ ਲਗਾਏ। ਇਹ 33 ਨੰਬਰ ਬੰਦ ਹੈ, ਅੰਸ਼ ਹੈ 12, ਉੱਥੋਂ ਪੜ੍ਹ ਲਿਓ। ਥਲ ਦੁਰਗਿਆਣੇ ਪ੍ਰਾਤ ਜਾਏ, ਪ੍ਰਾਤ ਮਨੇ ਸਵੇਰੇ ਸਵੇਰੇ ਚਲੇ ਗਏ। ਬਹੁ ਬਿਨੈ ਬਾਕ ਕਹਿ ਸ਼ੀਸ਼ ਨਿਆਏ, ਜਾ ਕੇ ਗੁਰੂ ਜੀ ਨੇ ਮਾਤਾ ਜੀ ਨੇ ਉੱਥੇ ਮੱਥਾ ਟੇਕਿਆ, ਸ਼ੀਸ਼ ਨਿਆਏ। ਦੁਰਗਿਆਣੇ ਮੰਦਿਰ 'ਚ ਮੂਰਤੀਆਂ ਅੱਗੇ ਮੱਥਾ ਵੀ ਟਿਕਾਤਾ ਕਵੀ ਸੰਤੋਖ ਸਿੰਘ ਨੇ ਗੁਰੂ ਪਾਤਸ਼ਾਹ ਤੋਂ। ਹੈ ਕੋਈ ਇੱਥੇ ਕੋਈ ਸਿਰਾ ਛੱਡਿਆ ਬੇਅਦਬੀ ਕਰਨ ਦਾ? ਜਹਾਂ ਮਾਤ ਚੰਡਕਾ ਹੋਏ ਸਹਾਏ, ਜਿਨ ਹਤੇ ਦੁਸ਼ਟ ਸੰਤਨ ਬਚਾਏ। ਇਹ ਸਾਰੀਆਂ ਦਸ਼ਮ ਗ੍ਰੰਥ ਦੀ ਤਰਜ਼ ਤੇ ਸਾਰੀਆਂ ਗੱਲਾਂ ਇੱਥੇ ਲਿਖੀਆਂ ਹੋਈਆਂ। ਕਵੀ ਦੀ ਲਿਖਤ ਸਿੱਖੀ ਵਿਚਾਰਧਾਰਾ ਤੇ ਸਿੱਧਾ ਹਮਲਾ ਹੈ। ਕਵੀ ਨੇ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਵੀ ਦੁਰਗਾ ਮਾਈ ਪਾਰਵਤੀ ਦੇ ਪੁਜਾਰੀ ਸਿੱਧ ਕਰਨ ਦੀ ਮਹਾਨ ਗਲਤੀ ਕੀਤੀ ਹੈ। ਜੇ ਕੋਈ ਸਿੱਖ ਸੱਜਣ ਸਟੇਜ ਤੇ ਕਥਾ ਵਾਰਤਾ ਕਰਦਾ ਕਵੀ ਦੀ ਇਹ ਗੱਲ ਸੁਣਾ ਦੇਵੇ ਤਾਂ ਉਸ ਦੀ ਮਾਰ ਕੁਟਾਈ ਜ਼ਰੂਰੀ ਆ। ਕਿਹੜਾ ਯੋਧਾ ਹੈ ਜੋ ਇਹ ਸੂਰਜ ਪ੍ਰਕਾਸ਼ ਗ੍ਰੰਥ ਨੂੰ ਸਿੱਖੀ ਵਿੱਚੋਂ ਖਾਰਜ ਕਰ ਦੇਵੇ? ਸੂਰਜ ਪ੍ਰਕਾਸ਼ ਵਿੱਚੋਂ ਮਨਮਤਾਂ ਕੱਢਣ ਜਾਂ ਇਸ ਉੱਤੇ ਪਾਬੰਦੀ ਲਗਾਉਣ ਲਈ ਸਿੱਖਾਂ ਦੀ ਚੁਣੀ ਸੰਸਥਾ ਅਤੇ ਤਖਤਾਂ ਦੇ ਮੁੱਖ ਜਥੇਦਾਰ ਸਾਹਿਬਾਨ ਤਿਆਰ ਹੀ ਨਹੀਂ। ਦੁਰਗਿਆਣਾ ਮੰਦਿਰ ਜਿਹੜਾ ਉਦੋਂ ਹੋਂਦ ਹੀ ਵਿੱਚ ਨਹੀਂ ਸੀ, ਤੇ ਪੰਡਤਾਂ ਨੇ ਮੱਲੋ ਮੱਲੀ ਗੁਰੂ ਜੀ ਨੂੰ ਵੀ ਤੇ ਮਾਤਾ ਗੰਗਾ ਜੀ ਨੂੰ ਵੀ ਦੁਰਗਿਆਣੇ ਮੰਦਿਰ ਜਾ ਕੇ ਮੱਥਾ ਵੀ ਟਿਕਾ ਦਿੱਤਾ। ਤੋ ਪਿਆਰਿਓ, ਸੋ ਕੈਮਰੇ ਦੀ ਮੈਮਰੀ ਜਿਹੜੀ ਸਮਾਪਤ ਹੋਣ ਵਾਲੀ ਹੈ, ਆਪਣਾ ਟਾਕ ਵੀ ਸਮਾਪਤ ਹੋ ਗਿਆ ਹੈ, ਤਾਂ ਆਪਾਂ ਇੱਥੇ ਫਿਨਿਸ਼ ਕਰਦੇ ਹਾਂ। ਅਗਾਂਹ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।